ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਇਤਿਹਾਸ ਦੀ ਕਥਾ ਦਾ ਸਮਾਂ ਹੈ ਜੋ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਹੈ ਉਹ ਮਾਈ ਭਾਈ ਕੁਝ ਸਮੇਂ ਤੋਂ ਸਰਵਣ ਕਰਦੇ ਆ ਰਹੇ ਹੋ। ਦੂਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰੂ ਜੀ ਦੇ ਜੀਵਨ ਪ੍ਰਸੰਗ ਜੋ ਲੜੀ ਤਹਿਤ ਆਪਾਂ ਕੱਲ 8ਵੇਂ ਘਰ ਦਾ ਪ੍ਰਸੰਗ ਜਿਹੜਾ ਹੈ ਉਹ ਗੁਰਮੁਖੋ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਕਿਵੇਂ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਚਰਨ ਸ਼ਰਨ ਵਿੱਚ ਆਏ ਹਨ। ਇਹ ਪ੍ਰਸੰਗ ਕਿ ਬੀਬੀ ਅਮਰੋ ਜੀ ਜਿਨ੍ਹਾਂ ਤੋਂ ਗੁਰਬਾਣੀ ਸਰਵਣ ਕੀਤੀ, ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਸ਼ਬਦ ਗੁਰੂ ਨਾਨਕ ਦੇ ਪਾਤਸ਼ਾਹ ਦਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਇਹ ਪਵਿੱਤਰ ਸ਼ਬਦ ਸੁਣਿਆ ਹੈ। ਆਪਾਂ ਗੁਰਮੁਖੋ ਨਾਲ ਇਸ ਸ਼ਬਦ ਦੇ ਅਰਥ ਵੀ ਵਿਚਾਰੇ ਹਨ। ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਪ੍ਰੇਮ ਸਹਿਤ ਖਡੂਰ ਸਾਹਿਬ ਰਹਿਣਾ ਸ਼ੁਰੂ ਕਰਤਾ ਬਾਬਾ ਅਮਰਦਾਸ ਜੀ ਨੇ। ਫਿਰ ਮਹਾਰਾਜ ਇਹ ਸੋਚਦੇ ਨੇ ਕਿ ਇੱਥੇ ਰਹਿਣਾ ਹੈ ਜਿੱਥੇ ਨਾਮ ਜਪਣਾ, ਸੇਵਾ ਵੀ ਕਰਨੀ ਚਾਹੀਦੀ ਹੈ। ਤੇ ਇਸ ਉਪਰੰਤ ਜੋ 9ਵੇਂ ਘਰ ਦਾ ਆਪਾਂ ਕੁਝ ਕੁ ਪ੍ਰਸੰਗ ਸਰਵਣ ਕੀਤਾ ਹੈ।
ਗੁਰੂ ਸਾਹਿਬ ਜੀ ਇਹ ਸੋਚਦੇ ਨੇ ਕਿ ਜਿਹੜਾ ਦਾਸ ਦਾ ਧਰਮ ਹੈ, ਸੇਵਕ ਦਾ ਧਰਮ ਹੈ ਸੇਵਾ ਕਰਨੀ। ਪਹਿਲੇ ਯੁੱਗਾਂ ਦੇ ਵਿੱਚ ਜਿਹੜੇ ਕਠਿਨ ਤਪ ਕੀਤੇ ਜਾਂਦੇ ਸਨ, ਕੋਈ ਭੁੱਖਾ ਰਹਿੰਦਾ, ਕੋਈ ਪਿਆਸਾ, ਕੋਈ ਗੁਰਮੁਖੋ ਪੰਜ ਧੂਣੀਆਂ ਬਾਲ ਕੇ ਬੈਠਦਾ ਸੀ, ਕੋਈ ਪਾਣੀ ਵਿੱਚ, ਕੋਈ ਬਰਖਾ ਸਹਿੰਦਾ ਹੈ, ਕੋਈ ਨਗਨ ਤਨ, ਕੋਈ ਇੱਕ ਪੈਰ ਤੇ ਖੜਾ। ਕਿਸੇ ਨੇ ਕਠਿਨਤਾ ਵਿੱਚ ਆਪਣੀਆਂ ਬਾਹਾਂ ਉੱਪਰ ਨੂੰ ਕੀਤੀਆਂ ਹੋਈਆਂ ਹਨ, ਕੋਈ ਪੁੱਠਾ ਲਟਕਦਾ ਹੈ। ਇਸ ਤਰ੍ਹਾਂ ਬਹੁਤ ਲੰਮਾ ਸਮਾਂ ਤਪੱਸਿਆ ਕਰਦੇ ਕਿ ਭਗਵਾਨ ਪਰਮੇਸ਼ਰ ਦੀ ਪ੍ਰਸੰਨਤਾ ਮਿਲ ਜੇ। ਪਰ ਵਾਹਿਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਜਿਹੜੀ ਹੈ ਉਹ ਦੇਖੋ ਪ੍ਰਾਪਤ ਨਹੀਂ ਹੋਈ। ਪਰ ਇਤਨਾ ਵੀ ਹੈ ਕਿ ਇੱਧਰ ਵੱਡੇ ਵੱਡੇ ਫਲ ਜਿਹੜੇ ਪਹਿਲੇ ਯੁੱਗਾਂ ਵਿੱਚ ਕੀਤੇ ਜਾਂਦੇ ਸੀ, ਕਲਯੁਗ ਦੇ ਵਿੱਚ ਜੋ ਹੈ ਹੋ ਤਪ ਫਲ ਅਬ ਕਲੀ ਕਾਲ ਮਹਿ ਸਤ ਸੰਗਤ ਸੇਵਾ ਕਰਿਅੰਤ। ਜਲ ਢੋਵਨ ਅਰ ਲੱਕੜੀ ਲਿਆਵਨ ਬੀਜਨੋ ਪ੍ਰਭ ਸਿਮਰੰਤ। ਪਰਮੇਸ਼ਰ ਨੂੰ ਸਿਮਰਦਿਆਂ ਹੋਇਆਂ ਕੋਈ ਪੱਖਾ ਚੱਲਦਾ ਹੈ, ਕੋਈ ਪਾਣੀ ਲਿਆਉਂਦਾ ਹੈ, ਕੋਈ ਲੱਕੜਾਂ ਲਿਆਉਂਦਾ ਹੈ। ਫਿਰ ਚਰਨ ਪਖਾਰਨ ਅੰਨ ਪਕਾਵਨ। ਇਸ ਤਰ੍ਹਾਂ ਮਹਾਰਾਜ ਦੇ ਚਰਨ ਧਵਾਉਣੇ, ਲੰਗਰ ਵਿੱਚ ਅੰਨ ਪਾਣੀ ਤਿਆਰ ਕਰਨਾ। ਇਹ ਵਿਚਾਰ ਕਰਕੇ ਕਿ ਸਤਸੰਗ ਕਰਨੀ, ਤਾਂ ਕਿ ਇਹਦੇ ਨਾਲ ਫਿਰ ਸੇਵਾ ਦਾ ਜਿਹੜਾ ਫਲ ਹੈ ਨਾ, ਜੇ ਸੇਵਾ ਦੇ ਨਾਲ ਨਾਲ ਸਤਸੰਗ ਵੀ ਕਰੀਏ ਤਾਂ ਫਲ ਬਹੁਤਾ ਵੱਧ ਜਾਂਦਾ ਹੈ। ਮਿਲ ਸਤ ਸੰਗਤ ਕਰਨ ਜੋ ਸੇਵਾ, ਅਦਕ ਤਪਨ ਫਲ ਹੋਏ ਮਹਾਨ। ਫਿਰ ਬਹੁਤੇ ਤਪਾਂ ਦਾ ਫਲ ਮਿਲਦਾ ਹੈ। ਇਸ ਤਰ੍ਹਾਂ ਵਿਚਾਰ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਮ ਵਿਚਾਰ ਸ੍ਰੀ ਅਮਰ ਕਰਿਓ ਔਰ ਆਨੋ ਨੀਰ ਆਪਣੇ ਪਾਨ। ਨਿਤ ਸਤ ਸੰਗਤ ਸੇਵਾ ਠਾਨੋ ਅਰ ਸਤਿਗੁਰ ਤਨ ਕਰੈ ਇਸ਼ਨਾਨ। ਫਿਰ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਵਾਸਤੇ ਇਸ਼ਨਾਨ ਲਈ ਪਾਣੀ ਲਿਆਉਣਾ ਸ਼ੁਰੂ ਕਰ ਦਿੱਤਾ, ਜਲ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਮਹਾਰਾਜ ਦੇ ਦਰ ਤੇ ਸੇਵਾ ਕਰਦੇ ਹੈ। ਆਓ ਅੱਗੇ ਪ੍ਰਸੰਗ ਪ੍ਰੇਮ ਔਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਿਲ ਸਿੱਖਨ ਮੈਂ ਭਨਿਓ ਸਭਨ ਕੋ। ਤਾਂ ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖਾਂ ਨੂੰ ਮਿਲ ਕਰਕੇ ਇਸ ਤਰ੍ਹਾਂ ਕਿਹਾ ਹੈ, ਜਲ ਕੀ ਸੇਵਾ ਦੇਹੁ ਮੁਝ ਦਾਨ। ਕਿ ਭਾਈ ਇਹ ਸੇਵਾ ਤੁਸੀਂ ਮੈਨੂੰ ਦਾਨ ਵਜੋਂ ਦੇ ਦਿਓ। ਕਿਹੜੀ? ਜਲ ਲਿਆਉਣ ਦੀ। ਆਏ ਸਲੇ ਕਰ ਕਲਸ ਉਚਾਇਓ। ਆਗਿਆ ਲੈ ਕਰਕੇ ਕਲਸ, ਭਾਵ ਘੜਾ ਕਹਿ ਲੋ ਜਾਂ ਗਾਗਰ, ਉਹ ਚੁੱਕ ਲਈ ਹੈ। ਸਿਰ ਧਰ ਲਿਆਵੈ ਲੰਗਰ ਥਾਨ। ਜਲ ਲੈ ਕੇ ਆਉਂਦੇ ਸਿਰ ਤੇ ਰੱਖ ਕਰਕੇ ਲੰਗਰ ਵਾਲੇ ਸਥਾਨ ਤੇ। ਦੇਤ ਰਸੋਈ ਮਹਿ ਚਹਿ ਜੇਤਕ। ਜਿੰਨਾ ਤਾਂ ਭਾਈ ਰਸੋਈ ਲੰਗਰ ਦੇ ਵਿੱਚ ਜ਼ਰੂਰਤ ਹੁੰਦੀ ਉੱਥੇ ਲਿਆ ਕੇ ਇਕੱਠਾ ਕਰ ਦਿੰਦੇ ਹਨ ਗਾਗਰਾਂ। ਸਿੱਖਨ ਕੋ ਕਰਵਾਵਹਿ ਪਾਨ। ਫਿਰ ਗੁਰੂ ਕੇ ਸਿੱਖਾਂ ਨੂੰ ਜੋ ਛਕਣ ਵਾਸਤੇ ਚਾਹੀਦਾ ਉਹ ਵੀ ਜਲ ਛਕਾਉਂਦੇ ਹਨ। ਜੁਗਲ ਪਹਿਰ ਨਿਸ ਬੀਤੇ ਉੱਠ ਹੈ। ਮਹਾਰਾਜ 2 ਪਹਿਰ ਬੀਤਦੇ ਸੀ ਰਾਤ ਦੇ, ਭਾਵ ਰਾਤਰੀ 12 ਵਜੇ ਗੁਰੂ ਅਮਰਦਾਸ ਜੀ ਉੱਠ ਖੜਦੇ ਹਨ। ਜੁਗਲ ਪਹਿਰ ਨਿਸ ਬੀਤੇ, 2 ਪਹਿਰ ਰਾਤ ਬੀਤੀ ਤੋਂ ਉੱਠ ਖੜਦੇ ਹਨ। ਮੁਖ ਗੁਰ ਦਿਸ ਬਿਆਸਾ ਪ੍ਰਸਥਾਨ। ਤੇ ਉੱਥੋਂ ਦੇਖੋ ਇਹ ਭਾਵਨਾ ਹੈ, ਇਹ ਪ੍ਰੇਮ ਹੈ। ਇਹ ਕੋਈ ਉਹ ਇੱਕ ਤਾਂ ਹੁੰਦਾ ਹੈ ਹਠ, ਇੱਕ ਹੈ ਇੱਥੇ ਪ੍ਰੇਮ ਭਾਵਨਾ ਵਾਲਾ ਹਠ, ਇੱਕ ਹੁੰਦਾ ਹੈ ਜਿਵੇਂ ਸਰੀਰਕ ਤੌਰ ਤੇ ਹਠ ਕਰਨਾ। ਕੱਲ ਵੀ ਆਪਾਂ ਇਸ ਵਿਸ਼ੇ ਤੇ ਵਿਚਾਰ ਕੀਤੀ ਸੀ ਕਿ ਹਠ ਦੀ ਸੇਵਾ ਨਹੀਂ, ਪ੍ਰੇਮ ਦੀ ਸੇਵਾ ਹੈ। ਇੱਕ ਪ੍ਰੇਮ ਹੈ। ਹੁਣ ਉਹ ਪ੍ਰੇਮ ਵਾਲਾ ਹਠ ਹੈ ਜਿਹਨੂੰ ਕਿਹਾ ਹਠੀਆਂ ਜਪੀਆਂ ਤਪੀਆਂ।
ਉਹ ਹੱਠ ਤਾਂ ਸਿੱਖ ਵਿੱਚ ਜ਼ਰੂਰੀ ਹੈ। ਇਹ ਹੱਠ ਨਾ ਹੋਵੇ ਤਾਂ ਅੰਮ੍ਰਿਤ ਵੇਲੇ ਉੱਠ ਹੀ ਨਹੀਂ ਹੁੰਦਾ। ਮਨ ਕਹਿੰਦਾ ਪੈ ਜਾ, ਨਹੀਂ ਫਿਰ ਹਠੀ ਬਣ ਕੇ ਉੱਠਣਾ ਪੈਂਦਾ ਨਾ। ਉਹ ਹੈ, ਉਹਦੇ ਵਿੱਚ ਕੀ ਹੈ? ਪ੍ਰੇਮ ਭਾਵਨਾ। ਮਹਾਰਾਜ 2 ਪਹਿਰ ਰਾਤ ਰਹਿੰਦੀ ਉੱਠ ਖੜਦੇ ਹਨ। ਮੁੱਖ ਗੁਰ ਦਿਸ ਬਿਆਸਾ ਪ੍ਰਸਥਾਨ। ਮੁੱਖ ਜਿਹੜਾ ਹੈ ਗੁਰੂ ਮਹਾਰਾਜ ਵੱਲ ਨੂੰ ਕਰਕੇ ਬਿਆਸਾ ਵੱਲ ਨੂੰ ਤੁਰਦੇ ਨੇ। ਭਾਵੇਂ ਇੰਨਾ ਅੰਦਰ ਪ੍ਰੇਮ ਭਾਵਨਾ ਹੈ ਕਿ ਗੁਰੂ ਸਾਹਿਬ ਵੱਲ ਪਿੱਠ ਨਾ ਹੋ ਜੇ। ਜਦੋਂ ਤੁਸੀਂ ਕਦੇ ਜਾਓ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ, ਤਾਂ ਹੁਣ ਤਾਂ ਗੁਰਮੁਖੋ ਬਹੁਤ ਸੁੰਦਰ ਸੜਕ ਬਣੀ ਹੈ, ਤੇ ਰਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਆਉਂਦਾ ਜਿਹਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਉਸ ਜਗ੍ਹਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਆ ਕੇ ਅਰਦਾਸ ਕਰਦੇ ਹੁੰਦੇ ਸੀ। ਉੱਚਾ ਥੜਾ ਬਣਾਇਆ ਸੀ, ਉੱਥੇ ਗੱਗ ਰੱਖਣੀ, ਅਰਦਾਸ ਕਰਨੀ, ਮਹਾਰਾਜ ਹੁਣ ਮੈਂ ਤੁਹਾਡੇ ਵੱਲ ਪਿੱਠ ਕਰਨ ਲੱਗਿਆ, ਕਿਰਪਾ ਕਰਿਓ, ਮੈਨੂੰ ਬਖਸ਼ ਲਿਓ। ਉੱਥੋਂ ਫਿਰ ਬਿਆਸਾ ਵੱਲ ਨੂੰ ਤੁਰਦੇ, ਫਿਰ ਉੱਥੇ ਲਿਜਾ ਕੇ ਗੁਰਮੁਖੋ ਰੱਖ ਕੇ ਫਿਰ ਅਰਦਾਸ ਬੇਨਤੀ, ਦਮ ਵੀ ਲੈਣਾ। ਇਸ ਕਰਕੇ ਉਸ ਨੂੰ ਦਮਦਮਾ ਸਾਹਿਬ ਸਥਾਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਕਿਹਾ ਜਾਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਮੁੱਖ ਗੁਰ ਦਿਸ ਬਿਆਸਾ ਪ੍ਰਸਥਾਨ, ਮੁੱਖ ਗੁਰੂ ਸਾਹਿਬ ਵੱਲ ਨੂੰ ਕਰਕੇ ਬਿਆਸਾ ਵੱਲ ਚੱਲਦੇ ਹਨ। ਜਪ ਜੀ ਪਠਤ ਕੋਸ ਜੁਗ ਪਹੁੰਚੈ ਹੈ, ਤੇ ਨਾਲ ਜਪ ਜੀ ਸਾਹਿਬ ਦਾ ਪਾਠ ਕਰਦਿਆਂ ਕੋਸ ਯੁੱਗ ਜਿਹੜਾ ਹੈ ਉਹ ਮਹਾਰਾਜ ਪਹੁੰਚਦੇ ਹਨ। ਕੋਸ ਯੁੱਗ ਦਾ ਭਾਵ ਹੁੰਦਾ 2 ਕੋ, ਭਾਵ 2 ਕੋ ਜਿਹੜਾ ਹੈ। ਇਸ ਤਰ੍ਹਾਂ ਹੀ ਗੁਰੂ ਸਾਹਿਬ ਜੀ ਆਉਂਦੇ ਹਨ। ਤਾਹੇ ਦਮ ਦਮਾ ਕੀਨ ਸੋ ਢਾਲ। ਉੱਥੇ ਗੁਰਮੁਖੋ ਥੜਾ ਬਣਾ ਕੇ ਦਮਦਮਾ ਦਮ ਲੈਣ ਵਾਸਤੇ ਸਥਾਨ ਬਣਾਇਆ ਸੀ। ਨਮਸਕਾਰ ਕਰ ਸਿੱਧੇ ਚੱਲ ਹੈ। ਉੱਥੋਂ ਵੀ ਅਰਦਾਸ ਕਰਕੇ ਨਮਸਕਾਰ ਕਰਦੇ ਐ। ਫਿਰ ਬਿਆਸਾ ਵੱਲ ਦਰਿਆ ਜਿੱਥੋਂ ਪਾਣੀ ਭਰਦੇ ਸੀ ਪੱਤਣ ਤੋਂ ਗੋਇੰਦਵਾਲ ਸਾਹਿਬ ਦੇ ਸਥਾਨ, ਇਧਰ ਨੂੰ ਮੁੱਖ ਕਰਕੇ ਚੱਲ ਪੈਂਦੇ ਹਨ। ਨਿਰਮਲ ਜਲ ਭਰ ਕਲਸ ਵਿਸਾਲ। ਇਉਂ ਵੱਡੀ ਕਲਸ ਗਾਗਰ ਪਵਿੱਤਰ ਜਲ ਦੀ ਭਰ ਲੈਂਦੇ ਹਨ। ਬਾਣੀ ਪਠਤ ਆਏ ਗੁਰ ਢਿਗ ਪੁਨ। ਫਿਰ ਭਾਈ ਬਾਣੀ ਪੜ੍ਹਦਿਆਂ ਹੀ ਗੁਰੂ ਮਹਾਰਾਜ ਵੱਲ ਨੂੰ ਆਉਂਦੇ ਹਨ। ਕਰਵਾਵਹਿ ਮੱਜਨ ਤਤਕਾਲ। ਔਰ ਆ ਕੇ ਤੁਰੰਤ ਸਤਿਗੁਰੂ ਜੀ ਦਾ ਇਸ਼ਨਾਨ ਕਰਾਉਂਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ। ਪੁਨ ਇਕੰਤ ਹੋਏ ਸਭ ਤੇ ਬੈਠੈ ਹੈ। ਫਿਰ ਭਾਈ ਇਕਾਂਤ ਹੋ ਕਰਕੇ ਸਭ ਤੋਂ ਪਾਸੇ ਬੈਠ ਜਾਂਦੇ ਹਨ। ਕਰਹਿ ਨਾ ਸੁਨਹਿ ਬਚਨ ਕਿਸ ਨਾਲ। ਇਸੇ ਨਾਲ ਵੀ ਕੋਈ ਨਾ ਤੇ ਬਚਨ ਕਰਦੇ ਆ, ਨਾ ਕੋਈ ਕਿਸੇ ਦੀ ਗੱਲ ਉਸ ਸਮੇਂ ਸੁਣਦੇ ਹਨ। ਸਤਿਗੁਰ ਮੂਰਤ ਹਿਰਦੇ ਸੰਭਾਲੈ ਹੈ। ਕਿਉਂਕਿ ਇਹੀ ਹੈ ਗੁਰੂ ਮਹਾਰਾਜ ਦੇ ਦਰ ਤੇ ਕਿ ਪਰਮੇਸ਼ਰ ਦਾ ਨਾਮ ਲੈਣਾ ਚਾਹੀਦਾ ਹੈ। ਕਈ ਵਾਰ ਹੁਣ ਐਸਾ ਹੁੰਦਾ ਅੱਜ ਕੱਲ ਚਲੋ 4 ਗੱਲਾਂ ਹੀ ਕਰ ਲਾਂਗੇ। ਕੋਸ਼ਿਸ਼ ਆਪਾਂ ਨੂੰ ਸਭ ਨੂੰ ਹੈ ਕਿ ਵਾਹਿਗੁਰੂ ਵਾਹਿਗੁਰੂ ਕਰ ਲੋ, ਆਇਆਂ ਦਾ ਉਨਾ ਹੀ ਸਫਲਾ ਹੋ ਜਾਂਦਾ ਹੈ। ਸਤਿਗੁਰ ਮੂਰਤ ਹਿਰਦੇ ਸੰਭਾਲੈ। ਗੁਰੂ ਮਹਾਰਾਜ ਪਰਮੇਸ਼ਰ ਸਰੂਪ ਸਤਿਗੁਰਾਂ ਦੀ ਪਵਿੱਤਰ ਮੂਰਤ ਨੂੰ ਹਿਰਦੇ ਵਿੱਚ ਸੰਭਾਲਦੇ ਹਨ। ਅਪਰ ਮਨੋਰਥ ਸਭ ਕੋ ਟਾਲ। ਬਾਕੀ ਹੋਰ ਮਨ ਦੇ ਫੁਰਨੇ ਮਨੋਰਥ ਸਾਰੇ ਦੂਰ ਕਰਕੇ ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ ਕਰ। ਇਹ ਨਹੀਂ ਕਿ ਮੇਰੀ ਕੁਲ ਕਿਹੜੀ ਹੈ ਜਾਂ ਮੇਰਾ ਘਰ ਹੈ, ਸਾਰਾ ਉਹ ਭਾਈ ਛੱਡ ਕਰਕੇ ਨਹੀਂ ਜਾਏ ਪੁਨ ਕੀਨ ਸੰਭਾਲ। ਫੇਰ ਮਹਾਰਾਜ ਮੁੜ ਕੇ ਜਾ ਕੇ ਘਰ ਦੇ ਕੋਈ ਹੋਰ ਸੰਭਾਲ ਜ਼ਿੰਮੇਵਾਰੀਆਂ ਜਿਹੜੀਆਂ ਉਹ ਸਾਰੀਆਂ ਤਿਆਗ ਦਿੱਤੀਆਂ ਸੀ। ਮੁੜ ਕੇ ਨਹੀਂ ਜਾ ਕੇ ਦੇਖਿਆ ਸੰਭਾਲਿਆ। ਭਾਵ ਜੇ ਕਿਤੇ ਜਾਣਾ ਜ਼ਰੂਰੀ ਪਰਿਵਾਰ ਨੂੰ ਮਿਲਣ ਵਾਸਤੇ ਮਿਲ ਕਰਕੇ ਆ ਜਾਣਾ,
ਪਰ ਕਰਮ ਧੰਦਿਆਂ ਪ੍ਰਤੀ ਕੋਈ ਮਹਾਰਾਜ ਦੀ ਰੁਚੀ ਨਹੀਂ ਸੀ। ਏਕ ਬਰਖ ਬਿਤਿਓ ਪਿਖ ਸਤਿਗੁਰ। 1 ਸਾਲ ਜਦੋਂ ਬੀਤ ਗਿਆ ਹੈ ਤਾਂ ਵੇਖਿਆ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਗਜ 1.5 ਤਵ ਦੀਨ ਰੁਮਾਲ। ਰੁਮਾਲ ਦਾ ਭਾਵ ਹੈ ਬਸਤਰ। 1.5 ਗਜ ਦਾ ਬਸਤਰ ਸਿਰੋਂ ਪਾਉ ਮਹਾਰਾਜ ਨੇ ਬਖਸ਼ਿਆ। ਸੋ ਲੈ ਕਰ ਨਿਜ ਸੀਸ ਚੜਾਇਓ। ਉਹ ਲੈ ਕਰਕੇ ਸਿਰ ਦੇ ਉੱਤੇ ਮਹਾਰਾਜ ਨੇ ਸਜਾ ਲਿਆ ਹੈ। ਦ੍ਰਿੜ ਕਰ ਬਾਧਿਓ ਰਸਰੀ ਨਾਲ। ਇਹ ਗੁਰੂ ਸਾਹਿਬ ਦਾ ਬਖਸ਼ਿਆ ਸਿਰੋਂ ਪਾਉ ਬਸਤਰ ਹੈ। ਰੱਸੀ ਨਾਲ ਪੂਰਾ ਦ੍ਰਿੜ ਕਰਕੇ ਬੰਨ ਲਿਆ ਕਿ ਸਿਰ ਤੋਂ ਨਹੀਂ ਲਾਉਣਾ ਹੈ। ਬਹੁਰ ਉਤਾਰਨ ਕੋ ਨਹਿ ਕੀਨਸ। ਮੁੜ ਕੇ ਮਹਾਰਾਜ ਨੇ ਉਹ ਉਤਾਰਿਆ ਨਹੀਂ ਹੈ। ਲਖ ਕਰ ਗੁਰੂ ਪ੍ਰਸਾਦ ਵਿਸਾਲ। ਇਹ ਜਾਣ ਕਰਕੇ ਕਿ ਤੇ ਗੁਰੂ ਮਹਾਰਾਜ ਦੀ ਵੱਡੀ ਕਿਰਪਾ ਹੈ। ਕੇਤਕ ਨਰ ਜਬ ਮਿਲੈ ਆਨ ਕਰ। ਕੋਈ ਪ੍ਰਾਣੀ ਜਦੋਂ ਕਿਤੇ ਕੋਈ ਆ ਕੇ ਮਿਲਦਾ ਹੈ, ਬੁੱਝੈ ਸਦਨ ਆਪਣੇ ਚਾਲ। ਤੇ ਇਸ ਤਰ੍ਹਾਂ ਭਾਈ ਆ ਕੇ ਮਿਲਦਾ, ਪੁੱਛਦਾ ਹੈ, ਆਪਣੀ ਚਾਲ ਵਿੱਚ ਹੀ ਮਹਾਰਾਜ ਚੱਲਦੇ ਹੈ ਤੇ ਪੁੱਛਦੇ ਨੇ ਘਰ ਪਰਿਵਾਰ ਬਾਰੇ। ਜੇ ਕੋਈ ਮਿਲ ਪੈਂਦਾ ਹੈ ਪੁੱਛ ਲੈਂਦੇ ਆ ਵੀ ਭਾਈ ਹਾਂ ਠੀਕ ਹੈ, ਨਾਲ ਆਪਣੀ ਚਾਲ ਚੱਲੀ ਜਾਂਦੇ ਹਨ। ਨਿਜ ਬੰਧਪ ਕੀ ਸੁਧ ਲਿਹੋ ਨੀਕੇ। ਕੋਈ ਆ ਕੇ ਆਏ ਕਹਿੰਦਾ ਵੀ ਆਪਣੇ ਘਰ ਦੀ ਜਾਂ ਕੇਤਕ ਨਰ ਜਬ ਮਿਲੈ ਆਨ ਕਰ। ਕੋਈ ਪ੍ਰਾਣੀ ਜਦੋਂ ਕਿਤੇ ਇਧਰੋਂ ਜਾ ਕੇ ਮਿਲਦਾ, ਬੂਝੈ ਸਦਨ ਆਪਣੇ ਚਾਲ। ਉਹ ਕਹਿੰਦਾ ਵੀ ਜਾ ਕੇ ਘਰ ਚੱਲ, ਆਪਣੇ ਘਰ ਦੇ ਬਾਰੇ ਵੀ ਕੋਈ ਪੁੱਛ ਲੈ। ਨਿਜ ਬੰਧਪ ਕੀ ਸੁਧ ਲਿਹੋ ਨੀਕੇ। ਆਪਣੇ ਬੰਧਵ ਰਿਸ਼ਤੇਦਾਰਾਂ ਪਰਿਵਾਰ ਦੀ ਚੰਗੀ ਤਰ੍ਹਾਂ ਜਾ ਕੇ ਕੋਈ ਸੁੱਧ ਖਬਰ ਲੈ ਲਓ। ਮਿਲ ਕੁਟੰਬ ਤੁਝ ਚਹਿਤ ਵਿਸਾਲ। ਕਿਉਂਕਿ ਤੁਹਾਡਾ ਜਿਹੜਾ ਕੁਟੰਬ ਹੈ ਉਹ ਤੁਹਾਨੂੰ ਬਹੁਤ ਮਿਲਣਾ ਚਾਹੁੰਦਾ ਹੈ। ਕਿਉਂ ਇਤ ਬੈਠ ਰਹਿਓ ਕਿਆ ਲੇਵਹਿ। ਭਲਾ ਇੱਥੇ ਬੈਠੇ ਕੀ ਕਰਦੇ ਹੋ, ਕੀ ਇੱਥੋਂ ਤੁਸੀਂ ਲੈਣਾ ਹੈ। ਸਭ ਵਿਦ ਸੰਕਟ ਸਹਿ ਕਰਾਲ। ਇੱਥੇ ਤੇ ਕਿੰਨੇ ਉੱਠਦੇ ਹੋ ਅੱਧੀ ਰਾਤ ਨੂੰ, ਪਾਣੀ ਲੈਣ ਤੁਰ ਪੈਂਦੇ ਹੋ, ਕਦੇ ਲੱਕੜਾਂ ਲੈਣ ਤੁਰ ਪੈਂਦੇ ਹੋ। ਕਹਿੰਦੇ ਕੀ ਹੈ, ਸਭ ਵਿਦ ਸੰਕਟ ਸਭ ਤਰ੍ਹਾਂ ਕਰਕੇ ਮੈਂ ਦੁੱਖ ਸੰਕਟ ਹੀ ਭਿਆਨਕ ਸਹਿੰਦੇ ਹੋ। 300 ਕਹੇ ਨਾ ਹਮਰਾ ਕੋਈ। ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿੰਦੇ ਨੇ ਵੀ ਸਾਡਾ ਕੋਈ ਨਹੀਂ ਹੈ। ਹਮ ਕਿਸ ਹੂੰ ਕਿ ਨਹਿ ਕਿਸ ਕਾਲ। ਤੇ ਨਾ ਹੁਣ ਅਸੀਂ ਆ ਹੋਰ ਕਿਸੇ ਕੁਟੰਬ ਦੇ ਕਿਸੇ ਸਮੇਂ। ਜਿਉਂ ਪਰਵਾਹੇ ਮੈਂ ਤ੍ਰਿਣ ਮਿਲ ਜਾਵੇ। ਭਾਈ ਇਹ ਮੇਲਾ ਤਾਂ ਇਹੋ ਜਿਹਾ ਜਿਵੇਂ ਪਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਉੱਥੇ ਤ੍ਰਿਣ ਘਾਹ ਦੀ ਤੜ ਵਿੱਚ ਉਹ ਨਾਲ ਤੁਰੀ ਜਾਂਦੀ ਹੈ। ਤਥਾ ਮੇਲ ਸਭ ਕੋ ਸਭ ਨਾਲ। ਇਹ ਜਾਣੋ ਵੀ ਉਹ ਜਿਵੇਂ ਅੱਗੇ ਚੱਲੀ ਜਾਂਦੀ ਹੈ, ਸੰਬੰਧ ਉਹਦਾ ਕੀ ਹੈ। ਇਸੇ ਤਰ੍ਹਾਂ ਭਾਈ ਸਾਰੇ ਜਿੰਨੇ ਵੀ ਮੇਲ ਜੋਲ ਹੈ ਨਾ ਇੱਥੇ ਸੰਸਾਰ ਦਾ, ਸਭ ਨਾਲ ਐਸਾ ਹੀ ਹੈ। ਆਸ ਪ੍ਰਕਾਰ ਸੰਮਤ ਜੁਗ ਪੂਰਨ। ਜੁਗ ਨਾਮ 2 ਦਾ। ਇਸ ਤਰ੍ਹਾਂ ਭਾਈ ਸੇਵਾ ਕਰਦਿਆਂ 2 ਸਾਲ ਬੀਤ ਗਏ। ਸ੍ਰੀ ਗੁਰ ਦੂਜੋ ਦੀਨ ਰੁਮਾਲ। ਸਾਲ ਬਾਅਦ ਫਿਰ ਦੂਸਰਾ ਬਸਤਰ ਸਿਰੋਂ ਪਾਉ ਬਖਸ਼ਿਆ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਬਖਸ਼ਿਸ਼ ਜਾਨੀ ਸੁਆਮੀ ਕਰ ਕੀ। ਤਾਂ ਫਿਰ ਆਪਣੇ ਮਾਲਕ ਸੁਆਮੀ ਦੇ ਹੱਥਾਂ ਦੀ ਇਹ ਬਖਸ਼ਿਸ਼ ਜਾਣ ਕਰਕੇ ਸਿਰ ਪਰ ਬਾਂਧ ਲੀਨ ਤਤਕਾਲ। ਤੁਰੰਤ ਉਸ ਸਰੋਪਾਉ ਨੂੰ ਸਿਰ ਤੇ ਬੰਨ ਲਿਆ ਹੈ। ਬੈਸ ਘਟਤ ਨਿਤ ਪ੍ਰੇਮ ਵਧਤ ਚਿਤ। ਦੇਖੋ ਉਮਰ ਜਿਹੜੀ ਹੈ ਉਹ ਘਟ ਰਹੀ ਹੈ ਤੇ ਪ੍ਰੇਮ ਚਿੱਤ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ। ਤਿਉਂ ਤਿਉਂ ਸੇਵਾ ਕਰਹਿ ਕਿਰਪਾਲ। ਤਿਉਂ ਤਿਉਂ ਭਾਈ ਕਿਰਪਾਲੂ ਸਤਿਗੁਰੂ ਜੀ ਦੀ ਸੇਵਾ ਕਰ ਰਹੇ ਹਨ।
ਨਰ ਉਪਹਾਸ ਜਿਠਾਨਹਿ ਮੂਰਖ। ਜਿਹੜੇ ਲੋਕ ਨੇ ਮੂਰਖ, ਉਹ ਉਪਹਾਸ ਮਖੌਲ ਕਰਦੇ ਐ, ਉਪਹਾਸੀਆਂ ਕਰਦੇ ਹਨ। ਨਹਿ ਮਾਨੈ ਕਰ ਮੌਨ ਵਿਸਾਲ। ਪਰ ਮਹਾਰਾਜ ਕੋਈ ਅਸਰ ਨਹੀਂ ਕਰਦੇ, ਬਹੁਤ ਮੌਨ, ਇੱਕ ਤਰ੍ਹਾਂ ਨਾਲ ਚੁੱਪੀ ਧਾਰੀ ਹੋਈ ਹੈ। ਭਾਉ ਭਗਤ ਨਹਿ ਜਾਗੈ ਨਿਤ ਪ੍ਰਤ। ਭਾਉ ਭਗਤ ਨਹਿ ਜਾਗੈ ਨਿਤ ਪ੍ਰਤ। ਜਿਹੜੇ ਭਾਈ, ਇੱਥੇ ਨਹਿ ਦੀ ਜਗ੍ਹਾ ਤੇ ਮਹਿ ਠੀਕ ਹੈ। ਭਾਉ ਭਗਤ ਮਹਿ ਜਾਗੈ ਨਿਤ ਪ੍ਰਤ। ਇਉਂ ਮਨ ਕਰਕੇ ਪ੍ਰੇਮਾ ਭਗਤੀ ਵਿੱਚ ਨਿਤਾ ਪ੍ਰਤ ਕਹੀਏ ਹਮੇਸ਼ਾ ਜਾਗਦੇ ਨੇ। ਸੋਇਓ ਜੇ ਜਗ ਕੇ ਜੰਜਾਲ। ਜਿਹੜੇ ਭਾਈ ਜਗਤ ਦੇ ਜੰਜਾਲਾਂ ਵਿੱਚ ਫਸੇ, ਉਹ ਸੁੱਤੇ ਹੋਏ ਹਨ। ਬਸਤਰ ਫਟਤ ਤਨ ਦੁਰਲਭ। ਬਸਤਰ ਫਟਤ ਤਨ ਦੁਰਬਲ ਹੋਇਓ। ਤੇ ਸਰੀਰ ਦੇ ਬਸਤਰ ਵੀ ਜਿਹੜੇ ਐ ਉਹ ਵੀ ਫਟ ਗਏ, ਤੇ ਸਰੀਰ ਤਨ ਜਿਹੜਾ ਉਹ ਵੀ ਦੁਰਬਲ ਕਹੀਏ ਕਮਜ਼ੋਰ ਹੋ ਗਿਆ। ਗੁਰ ਅਨੁਰਾਗ ਧਰੇ ਰੰਗ ਲਾਲ। ਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਭਾਈ ਸੋਹਣਾ ਪ੍ਰੇਮ ਦਾ ਲਾਲ ਰੰਗ ਧਾਰਿਆ ਹੈ। ਤ੍ਰਿਤੀ ਬਰਖ ਮਹਿ ਸ੍ਰੀ ਗੋਰੇ ਅੰਗਦ। ਫਿਰ ਤੀਜੇ ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਤ੍ਰਿਤੀ 1.5 ਗਜ ਦੀਨੋ ਚੀਰ। ਫਿਰ ਤੀਜਾ 1.5 ਗਜ ਦਾ ਭਾਈ ਬਸਤਰ ਸਰੂਪਾ ਬਖਸ਼ਿਆ ਹੈ। ਲੈ ਸ੍ਰੀ ਅਮਰ ਹਰਖ ਅਤ ਮਨ ਹੋਇ। ਤੋ ਗੁਰੂ ਅਮਰਦਾਸ ਜੀ ਨੇ ਬਹੁਤ ਮਨ ਵਿੱਚ ਖੁਸ਼ੀ ਧਾਰੀ ਹੈ ਲੈ ਕਰਕੇ। ਸੀਸ ਚੜਾਏ ਲੀਨ ਮਤ ਧੀਰ। ਇਉਂ ਮਤ ਵਿੱਚ ਧੀਰਜ ਰੱਖ ਕਰਕੇ ਉਹ ਵੀ ਸੀਸ ਤੇ ਚੜਾ ਲਿਆ, ਸਜਾ ਲਿਆ ਹੈ। ਇੱਕ ਸੇਵਾ ਮੈਂ ਤਤਪਰ ਰਹਿ ਸਦ। ਇਉਂ ਭਾਈ ਸੇਵਾ ਦੇ ਵਿੱਚ ਹਮੇਸ਼ਾ ਹੀ ਤਤਪਰ ਰਹਿੰਦੇ। ਪ੍ਰੇਮ ਅਦਕ ਨਹਿ ਥਕਤ ਸਰੀਰ। ਮਹਾਰਾਜ ਦੇ ਅੰਦਰ ਬਹੁਤ ਸਤਿਗੁਰੂ ਪ੍ਰਤੀ ਪ੍ਰੇਮ ਹੈ, ਇਸ ਕਰਕੇ ਸਰੀਰ ਥੱਕਦਾ ਹੀ ਨਹੀਂ ਹੈ। ਚਿੱਤ ਮਹਿ ਇਹੀ ਕਿ ਰੀਝੈ ਸਤਿਗੁਰ। ਕਿਸ ਵਾਸਤੇ ਕਰਦੇ ਹੈ ਕਿ ਸਤਿਗੁਰੂ ਦੀ ਪ੍ਰਸੰਨਤਾ ਲੈਣੀ ਹੈ। ਚਿੱਤ ਵਿੱਚ ਇਹੀ ਹੈ ਮਹਾਰਾਜ ਮੇਰੇ ਤੇ ਰੀਝ ਜਾਣ, ਪ੍ਰਸੰਨ ਹੋਣ। ਜੋ ਘਟ ਘਟ ਕੀ ਜਾਣੈ ਪੀਰ। ਜਿਹੜੇ ਕਿ ਸਤਿਗੁਰੂ ਹਿਰਦੇ ਹਿਰਦੇ ਹਰ ਇੱਕ ਦੇ ਭਾਈ ਅੰਦਰ ਦੀ ਪੀੜਾ ਦੁੱਖ ਨੂੰ ਜਾਣਦੇ ਹਨ। ਕੇਤਕ ਦਿਵਸ ਬਤੀਤੇ ਇਸ ਬਿਦ। ਇਉਂ ਕੁਝ ਸਮਾਂ ਇਸ ਤਰ੍ਹਾਂ ਦਿਨ ਬੀਤ ਗਏ। ਪੁਨ ਤਿਆਗੀ ਨਿਮ ਨਿੰਦਰਾ ਜੌਨ। ਫਿਰ ਭਾਈ ਜਿਹੜੀ ਹੈ ਨੀਂਦ ਵਗੈਰਾ ਵੀ ਸਭ ਤਿਆਗ ਦਿੱਤੀ। ਜਹਾਂ ਬਿਰਾਜ ਹੈ ਸਤਿਗੁਰ ਪੂਰੇ। ਜਿੱਥੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਬਿਰਾਜਦੇ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਮੁਖੋਂ ਪੈਂਦੇ ਨਹੀਂ ਸਨ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਆਰਾਮ ਕਰਨਾ ਰਾਤ ਨੂੰ, ਉਸੇ ਪਲੰਗ ਦਾ ਪਾਵਾ ਫੜ ਕੇ ਮਹਾਰਾਜ ਨੇ ਉਹਨਾਂ ਕੁ ਸਮਾਂ ਉੱਥੇ ਜਿਹੜਾ ਹੈ ਨਾਲ ਆਰਾਮ ਕਰ ਲੈਣਾ। ਤੇ ਫਿਰ ਦੁਪਹਿਰ ਰਾਤ ਜਦੋਂ ਬੀਤ ਗਈ, ਮਹਾਰਾਜ ਉੱਠ ਖੜਦੇ ਸਨ। ਫਿਰ ਜਲ ਆਪ ਜਾਣਾ, ਪਹਿਲਾਂ ਇਸ਼ਨਾਨ ਕਰਨਾ, ਫਿਰ ਗਾਗਰ ਭਰਨੀ ਲਿਆਉਣੀ, ਮਹਾਰਾਜ ਦਾ ਇਸ਼ਨਾਨ ਸਵਾ ਪਹਿਰ ਰਾਤ ਪਹਿਲਾਂ ਇਸ਼ਨਾਨ ਕਰਾ ਦੇਣਾ। ਫਿਰ ਜਦੋਂ ਸਾਰਾ ਕੁਝ ਹੋਣ ਤੋਂ ਬਾਅਦ ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ ਨੇ ਸਰੂਪੇ ਜੁੜਦੇ। ਫਿਰ ਪਾਸੇ ਬੈਠ ਕੇ ਕੁਝ ਸਮਾਂ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ ਜੁੜਨਾ। ਫਿਰ ਉਸੇ ਤਰ੍ਹਾਂ ਸ਼ੁਰੂ ਹੋ ਜਾਣਾ ਜਲ ਲੈਣ, ਲੰਗਰ ਵਿੱਚ ਲਿਆਉਣਾ। ਜਦੋਂ ਉਹ ਪੂਰਾ ਹੋਣਾ, ਫਿਰ ਦੇਖਣਾ ਮਹਾਰਾਜ ਦੀ ਕੋਈ ਸੇਵਾ ਹੈ ਉਹ ਕਰਕੇ, ਕਦੇ ਪੱਖਾ ਝੱਲਣਾ, ਕਦੇ ਚਰਨ ਧੋਣੇ ਕੁੱਟਣੇ, ਸਾਰਾ ਕੁਝ ਕਰਨਾ ਸੇਵਾ ਭਾਵਨਾ ਨਾਲ। ਫਿਰ ਜੰਗਲ ਵਿੱਚ ਨੂੰ ਚਲੇ ਜਾਣਾ, ਲੱਕੜਾਂ ਲੈਣ ਚਲੇ ਜਾਣਾ। ਇਸ ਤਰ੍ਹਾਂ ਹਰ ਸਮੇਂ ਹਰ ਪਲ ਸੇਵਾ ਭਾਵਨਾ ਵਿੱਚ ਬੀਤਦਾ ਹੈ। ਜਹਾਂ ਬਿਰਾਜੈ ਸਤਿਗੁਰ ਪੂਰੇ। ਜਿੱਥੇ ਪੂਰੇ ਸਤਿਗੁਰੂ ਅੰਗਦ ਦੇ ਮਹਾਰਾਜ ਬਿਰਾਜਦੇ। ਸੇਵਾ ਮਹਿ ਆਵਹਿ ਧਰ ਮੌਨ।
ਚੁੱਪ ਕਰਕੇ ਉੱਥੇ ਹੀ ਸੇਵਾ ਵਿੱਚ ਆ ਜਾਂਦੇ। ਗੁਰ ਅੰਗੁਸ਼ਟ ਨਿਜ ਸਰਾਪਿਓ ਸੋ ਥੋ ਜੋ। ਫਿਰ ਇਹ ਹੈ ਕਿ ਦੇਖੋ ਉਹ ਸਮਾਂ ਸੀ ਜਦੋਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ੀ ਤੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਨਮਸਕਾਰ ਕਰਤੀ। ਇਹ ਮਰਜ਼ਾਦਾ ਹੈ। ਤਾਂ ਉਸ ਸਮੇਂ ਗੁਰੂ ਅੰਗਦ ਦੇਵ ਮਹਾਰਾਜ, ਕੁਝ ਇਤਿਹਾਸਕਾਰਾਂ ਨੇ ਲਿਖਿਆ ਕਿ ਬਾਬਾ ਸ੍ਰੀ ਚੰਦ ਜੀ ਨੇ ਕਹਿਤਾ ਕਿ ਇਹ ਕੀ ਹੋਇਆ ਵੀ ਪਿਤਾ ਸਤਿਗੁਰੂ ਤੋਂ ਮੱਥੇ ਟਿਕਾਏ। ਕਹਿੰਦੇ ਐਸਾ ਹੁਣ ਗੁਰੂ ਤੋਂ ਕੋਈ ਮੱਥਾ ਟਿਕਾਵੇ। ਸੁਹਾਇ ਕੇ ਬਚਨ ਕਰਤਾ ਕਿ ਕੋੜੀ ਨੇ ਇਹ ਕੰਮ ਕਿਉਂ ਕੀਤਾ। ਫਿਰ ਇੱਧਰ ਹੁਣ ਸਤਿਗੁਰੂ ਪੂਰੇ ਨੇ। ਫਿਰ ਉਹ ਅੰਗੂਠੇ ਦੇ ਉੱਤੇ ਇੱਕ ਤਰ੍ਹਾਂ ਨਾਲ ਜਿਹੜਾ ਸੀ ਇੱਕ ਫੋੜਾ ਬਣਿਆ ਜਿਹਦੇ ਵਿੱਚੋਂ ਪੀਕ ਨਿਕਲਦੀ ਸੀ। ਤੇ ਇੱਥੇ ਹੁਣ ਸੰਤ ਰੇਣ ਜੀ ਪ੍ਰੇਮ ਸਿੰਘ ਜੀ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਇਹ ਆਪ ਹੀ ਬਚਨ ਕਰ ਲਿਆ ਸੀ ਆਪਣੇ ਆਪ ਨੂੰ ਕਿ ਮਹਾਰਾਜ ਮੇਰਾ ਮੈਂ ਕੋੜਾ ਹੀ ਕਿਉਂ ਨਾ ਹੋ ਜਾ, ਤੁਸੀਂ ਮੈਨੂੰ ਮੱਥਾ ਟੇਕਤਾ। ਮਹਾਰਾਜ ਕਹਿੰਦੇ ਬਚਨ ਨਾ ਤੇਰਾ ਮੁੱਖੋਂ ਕਿਹਾ ਬਚਨ ਸੱਤ ਹੋਣਾ ਹੈ, ਇਹ ਨਹੀਂ ਇਸ ਤਰ੍ਹਾਂ ਸੋਚਣਾ। ਹੁਣ ਉਹ ਬਚਨ ਕਰਤਾ, ਫਿਰ ਉਹ ਵੀ ਪੂਰਾ ਕਰਨਾ ਸੀ। ਅੰਗੂਠੇ ਤੇ ਉਹਨਾਂ ਨਿਸ਼ਾਨੀ ਰੱਖ ਲਈ ਕੋੜ ਦੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਆਉਂਦੇ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਫਿਰ ਅੰਗੂਠਾ ਜਿਹੜਾ ਸੀ ਨਾ ਉਹ ਉਹਦੇ ਵਿੱਚ ਪੀਕ ਦੇ ਨਾਲ ਜਲਣ ਹੁੰਦੀ। ਤੇ ਜਦੋਂ ਮਹਾਰਾਜ ਨੇ ਆਰਾਮ ਕਰਨਾ ਹੁੰਦਾ ਸੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦਾ ਪਵਿੱਤਰ ਚਰਨ ਦਾ ਅੰਗੂਠਾ ਆਪਣੇ ਮੂੰਹ 'ਚ ਪਾ ਲੈਂਦੇ ਹੁੰਦੇ ਸੀ। ਕੁਦਰਤੀ ਹੈ ਨਾ, ਇਹ ਆਪਾਂ ਨੂੰ ਪਤਾ ਹੈ, ਹੁਣ ਆਮ ਹੀ ਹੈ। ਕੋਈ ਕਿਤੇ ਕੋਈ ਚੀਜ਼ ਪੈਂਦੀ ਹੈ, ਕਈਆਂ ਦੇ ਹੁਣ ਕੋਈ ਨਹੁੰ ਜਾਂ ਦੁਖਣ ਲੱਗ ਗਏ ਜਾਂ ਮੂੰਹ 'ਚ ਪਾ ਲਈਏ, ਇਹਨੂੰ ਗਰਮੈਸ਼ ਜੀ ਦਈਏ, ਚੀਜ਼ ਸੜ ਜਾਂਦੀ ਹੈ, ਉਨਾ ਸਮਾਂ ਹਟੀ ਰਹਿੰਦੀ ਹੈ। ਕਿਉਂ ਮਹਾਰਾਜ ਨੇ ਜਿੰਨਾ ਸਮਾਂ ਆਰਾਮ ਕਰਨਾ ਹੁੰਦਾ ਸੀ, ਧੰਨ ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ ਸਤਿਗੁਰੂ ਐਵੇਂ ਨਹੀਂ ਗੁਰਮੁਖੋਏ ਜਿਹੜੀਆਂ ਪਦਵੀਆਂ ਮਿਲਦੀਆਂ ਉਹ ਆਪਣੇ ਮੁੱਖ ਵਿੱਚ ਪਾ ਕੇ ਬੈਠੇ ਰਹਿੰਦੇ ਹੁੰਦੇ ਸੀ। ਮੂੰਹ ਰਾਹੀਂ ਗਰਮੈਸ਼ ਦਿੰਦੇ ਮਹਾਰਾਜ ਨੂੰ ਆਰਾਮ ਮਿਲੇ, ਸਤਿਗੁਰੂ ਆਰਾਮ ਕਰਨ। ਉਹ ਗੱਲ ਨੂੰ ਲਿਖ ਰਹੇ, ਜਹਾਂ ਬਿਰਾਜੈ ਸਤਿਗੁਰ ਪੂਰੇ ਸੇਵਾ ਮਹਿ ਆਵੈ ਧਰਮੌਨ, ਗੁਰ ਅੰਗੁਸ਼ਟ ਨਿਜ ਸਰਾਪਿਓ ਥੋ ਜੋ। ਜੋ ਫਿਰ ਗੁਰੂ ਸਾਹਿਬ ਨੇ ਆਪਣੇ ਅੰਗੂਠੇ ਨੂੰ ਆਪ ਸਰਾਪਿਆ ਸੀ ਗੁਰੂ ਅੰਗਦ ਦੇਵ ਜੀ ਨੇ, ਸੋ ਬ੍ਰਿਣ ਪਾਕਿਓ ਪਿਖ ਕਰ ਤੌਨ। ਉਹ ਗੁਰਮੁਖੋ ਜਿਹੜਾ ਫੋੜਾ ਬ੍ਰਿਣ ਫੋੜੇ ਨੂੰ ਕਹਿੰਦੇ, ਉਹ ਪੱਕਿਆ ਹੋਇਆ ਵੇਖ ਕਰਕੇ ਮੁਖ ਤੇ ਗਰਮ ਸਵਾਸ ਤੇ ਦੁੱਖ ਨਹਿ। ਵੀ ਮੁਖ ਦੇ ਨਾਲ ਗਰਮ ਸਵਾਸ ਦੇ ਨਾਲ ਦੁੱਖ ਨਾ ਮਿਲੇ। ਜਾਂ ਤੇ ਗਹਿ ਆਨਨ ਸੁਖ ਸੌਨ। ਇਉਂ ਕਰਕੇ ਵੀ ਮਹਾਰਾਜ ਦਾ ਫਿਰ ਅੰਗੂਠਾ ਜਿਹੜਾ ਹੈ ਮੁਖ ਨਾਲ ਗਰਮ ਸਵਾਸ ਸਾਹ ਦਿੰਦੇ ਰਹਿੰਦੇ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਮੁਖ ਹੈ ਉਹਨੂੰ ਸੁੱਖ ਮਿਲੇ, ਭਾ ਮਹਾਰਾਜ ਨੂੰ ਕੋਈ ਇਸ ਦੀ ਤਕਲੀਫ ਨਾ ਹੋਵੇ। ਜਬ ਮੁਖ ਰੁਦਰ ਰਾਏ ਕਿਛ ਆਵੇ। ਤੇ ਫਿਰ ਉਹ ਨਾਲ ਦੀ ਨਾਲ ਚੂਸ ਕੇ ਉਹਨੂੰ ਪੀਕ ਨੂੰ ਕੱਢਣਾ। ਤੇ ਜਦੋਂ ਮੁਖ ਦੇ ਵਿੱਚ ਰੁਦਰ ਪੀਕ ਕੁਝ ਆ ਜਾਂਦੀ, ਤਿਸ ਕੋ ਥੂਕ ਦੇਹ ਧਰ ਡਾਰ। ਉਹਨੂੰ ਧਰਤੀ ਤੇ ਆਪ ਦੇਖੋ ਮੁਖ ਨਾਲ ਪੀਕ ਜਿਹੜੀ ਹੈ ਉਹ ਇਹ ਭਾਵਨਾ ਦੀ ਗੱਲ ਹੈ। ਇੱਧਰ ਜਦੋਂ ਆਪਾਂ ਜਾਂਦੇ ਹਾਂ ਨਿਹਾਲ ਸਿੰਘ ਵਾਲੇ ਤੋਂ ਨਗਰ ਆਉਂਦਾ ਇੱਕ ਮਧੇਕ, ਉੱਥੇ ਗੁਰਦੁਆਰਾ ਸਾਹਿਬ ਹੈ ਪਾਕਾ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਉੱਥੇ ਗਏ ਹੈ, ਆਪਣੇ ਇੱਥੋਂ ਦੇ ਨਗਰਾਂ ਵਿੱਚ ਚਰਨ ਪਾ ਕੇ ਤੇ ਮਹਾਰਾਜ ਫਿਰ ਚੱਕਰ ਇਤਿਆਦਿਕ ਹੋ ਕਰਕੇ ਜਦੋਂ ਉੱਥੇ ਇੱਕ ਮਹਾਰਾਜ ਦੇ ਨਾ ਪਵਿੱਤਰ ਚਰਨ ਅੰਗੂਠੇ ਤੇ ਪਾਕਾ ਨਿਕਲਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ। ਤੇ ਮਹਾਰਾਜ ਨੇ ਉੱਥੇ ਕਿਹਾ, ਭਾਈ ਸਿੱਖੋ ਕੋਈ ਇੱਥੇ ਲਿਆਓ, ਆਪਾਂ ਜਿਹੜਾ ਇਹਨੂੰ ਚੀਰਾ ਵਗੈਰਾ ਦਵਾਉਣਾ। ਤਾਂ ਉੱਥੇ ਇੱਕ ਮੋਚੀ ਸੀ,
ਉਸ ਨੂੰ ਲਿਆਂਦਾ। ਪਹਿਲੇ ਸਮਿਆਂ ਵਿੱਚ ਇਹ ਕੰਮ ਮੋਚੀਓ ਹੀ ਕਰਦੇ ਹੁੰਦੇ ਸਨ, ਤੇ ਉਹ ਮੁਸਲਮਾਨ ਸੀ। ਉਹ ਇਉਂ ਦੱਸਣ ਵਾਲੇ ਦੱਸਦੇ ਆ, ਉਹਨੂੰ ਲਿਆਂਦਾ। ਤੇ ਉਹ ਜ਼ਿਆਦਾਤਰ, ਕਿਉਂਕਿ ਪਹਿਲੇ ਸਮਿਆਂ ਵਿੱਚ ਜਿਹੜੇ ਮੁਸਲਮਾਨ ਹੁਣ ਵੀ ਤੁਸੀਂ ਦੇਖੋ ਜੁੱਤੀਆਂ ਜੋੜਿਆਂ ਦਾ ਕੰਮ ਸਭ ਤੋਂ ਵਧੀਆ ਕਰਦੇ ਆ। ਉਹ ਫਿਰ ਅੱਗੇ ਪੀਕ ਪੂਕ ਦਾ ਜਿਹੜਾ ਹੁੰਦਾ ਸੀ ਉਹੀ ਕਰਦੇ ਹੁੰਦੇ ਸੀ। ਜਾਂ ਫਿਰ ਇਹ ਕੰਮ ਜਿਹੜਾ ਹੈ ਉਹ ਨਾਈ ਪਰਿਵਾਰ, ਜਿਨ੍ਹਾਂ ਨੂੰ ਰਾਜੇ ਕਹਿੰਦੇ, ਇਹ ਇਹੋ ਜਿਹੀਆਂ ਸੇਵਾਵਾਂ ਕਰਦੇ ਰਹੇ ਆ। ਤੇ ਉਹਨੂੰ ਜਦੋਂ ਲਿਆਂਦਾ, ਕਹਿੰਦੇ ਮਹਾਰਾਜ 10ਵੇਂ ਪਾਤਸ਼ਾਹ ਨੇ ਉਹਨਾਂ ਦੇ ਪਵਿੱਤਰ ਚਰਨਾਂ ਦੇ ਅੰਗੂਠੇ ਦੇ ਜਿਹੜੀ ਪੀਕ ਹੈ ਉਹ ਕੱਢਣੀ ਹੈ। ਤੇ ਉਹ ਜਦੋਂ ਆਇਆ ਨਾ, ਤੇ ਉਹਨੇ ਮਾੜਾ ਜਿਹਾ ਚੀਰਾ ਦਿੱਤਾ। ਹੁਣ ਦੱਬ ਕੇ ਨਿਕਲਣੀ ਸੀ, ਭਾਗ ਜਾਗੇ ਉਸ ਦੇ। ਤੇ ਉਸ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਅੰਗੂਠੇ ਦੀ ਪੀਕ ਚੂਸ ਕੇ ਕੱਢੀ। ਅੱਜ ਦੀ ਗੱਲ ਹੋਰ, ਅੱਜ ਤਾਂ ਹੁਣ ਤਰਕਾਂ ਦੇਣ ਨੂੰ ਕੋਈ ਵੀ ਦੇ ਸਕਦਾ ਜੀ, ਇਹਦੇ ਨਾਲ ਕੀ ਹੋ ਜੂ, ਇਹ ਕੋਈ ਗੱਲਾਂ, ਇਹ ਐ। ਇਹ ਹੁਣ ਭਾਵਨਾ ਹੈ। ਇੱਥੇ ਹੁਣ ਦਲੀਲਾਂ ਨਹੀਂ ਕੰਮ ਕਰਦੀਆਂ। ਦਲੀਲਬਾਜ਼ ਤਾਂ ਕਹੂ ਲੈ ਤਾਂ ਕਿ ਜ਼ਖਮ ਠੀਕ ਕਰਨਾ ਸੀ ਉਹ ਕਰ ਦਿੰਦਾ। ਭਾਵੇਂ ਦੇਖੋ ਜੀ ਉਹਦਾ ਪੀਹ ਕੱਢਣੀ ਹੈ, ਚਾਹੇ ਹੱਥ ਨਾਲ ਘੁੱਟ ਕੇ ਕੱਢ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਸੀ। ਦਲੀਲ ਦਾ ਕੀ ਹੈ? ਦਲੀਲ ਗੁਰਮੁਖੋ ਬੁੱਧੀ ਤਲ ਤੋਂ ਹੈ, ਲੇਕਿਨ ਗੁਰੂ ਦਾ ਜਿਹੜਾ ਪ੍ਰੇਮ ਹੈ ਉਹ ਹਿਰਦੇ ਦੇ ਤਲ ਤੋਂ ਹੈ। ਇਸ ਕਰਕੇ ਬੁੱਧੀਜੀਵੀ ਜਿਹੜਾ ਹੈ ਨਾ, ਉਹ ਪ੍ਰੇਮ ਦੀਆਂ ਬਾਤਾਂ ਨੂੰ ਨਹੀਂ ਸਮਝ ਸਕਦਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਵੀ ਇਸ ਤਰ੍ਹਾਂ ਸੇਵਾ ਕਰਦੇ, ਪੀਕ ਕੱਢਦੇ, ਜਦੋਂ ਮੁੱਖ ਵਿੱਚ ਆ ਜਾਂਦੀ ਉਹ ਧਰਤੀ ਥੁੱਕਦੇ, ਫੇਰ ਮੁੱਖ ਵਿੱਚ ਅੰਗੂਠਾ ਪਾ ਲੈਂਦੇ, ਫੇਰ ਉਹਨੂੰ, ਤਾਂ ਕਿ ਮਹਾਰਾਜ ਨੂੰ ਆਰਾਮ ਮਿਲੇ। ਇਉਂ ਮਨ ਵਿੱਚ ਭਾਵਨਾ ਹੈ, ਸੁਖ ਸੋ ਸੈਨ ਕਰੈ ਗੁਰ ਪੂਰੇ। ਇਉਂ ਮਨ ਵਿੱਚ ਇਹ ਭਾਵਨਾ ਕਿ ਪੂਰੇ ਸਤਿਗੁਰੂ ਜੀ ਸੁੱਖਾਂ ਨਾਲ ਸੁਖ ਸਹਿਤ ਆਰਾਮ ਕਰਨ। ਨਹਿ ਦੁੱਖ ਹੋਏ ਐਮ ਹਿਰਦੈ ਵਿਚਾਰ, ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਇਸ ਦੀ, ਇਹ ਹਿਰਦੇ ਮਨ ਵਿੱਚ ਵਿਚਾਰਦੇ ਹਨ। ਇਤਿਆਦਿਕ ਜਬ ਸੇਵ ਉਠਾਈ। ਇਸ ਤਰ੍ਹਾਂ ਦੀ ਜਦੋਂ ਗੁਰੂ ਅਮਰਦਾਸ ਜੀ ਨੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ, ਸੰਮਤ ਬੀਤ ਗਏ ਤਬ 4, ਤਾਂ ਭਾਈ 4 ਸਾਲ ਬੀਤ ਗਏ ਸੇਵਾ ਕਰਦਿਆਂ। ਚੌਥੇ ਦਇਓ ਰੁਮਾਲ ਬਹੁਰ ਤਬ, ਤਾਂ ਮਹਾਰਾਜ ਨੇ ਫਿਰ ਭਾਈ ਚੌਥਾ ਰੁਮਾਲ ਬਸਤਰ ਸਿਰੋਂ ਪਾਉ ਬਖਸ਼ਿਆ। ਸੋ ਭੀ ਲੀਨੋ ਸਿਰ ਪਰ ਧਾਰ, ਉਹ ਵੀ ਆਪਣੇ ਸਿਰ ਤੇ ਸਜਾ ਲਿਆ ਹੈ। ਪੰਜ ਬਰਖ ਮੈਂ ਪੰਜ ਦੀਏ ਗੁਰ, ਜਦੋਂ 5 ਸਾਲ ਹੋ ਗਏ ਸੇਵਾ ਕਰਦਿਆਂ ਨੂੰ 5ਵਾਂ ਸਰੂਪਾ ਬਖਸ਼ਿਆ। ਖਸਟ ਬਰਖ ਮੈਂ ਖਸਟ ਸੁਦੀਨ, 6 ਸਾਲ ਬਾਅਦ 6ਵਾਂ ਇਸ ਤਰ੍ਹਾਂ ਸਰੂਪਾਓ। ਸੰਮਤ ਸਪਤਮ ਮਹਿ ਗੁਰ ਸੇਵਤ, ਇਉਂ ਭਾਈ 7ਵਾਂ ਸਾਲ ਹੈ, ਫਿਰ ਇਉਂ ਹੀ ਮਹਾਰਾਜ ਦੀ ਸੇਵਾ ਕਰਦਿਆਂ। ਪਗ ਅੰਗੁਸ਼ਟ ਧਾਰ ਮੁਖ ਲੀਨ, ਤਾਂ 7ਵੇਂ ਸਾਲ ਮਹਾਰਾਜ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦਾ ਜੋ 7 ਸਾਲ ਹੋ ਗਏ ਸੇਵਾ ਕਰਦਿਆਂ ਗੁਰੂ ਅਮਰਦਾਸ ਜੀ ਨੂੰ, ਇੱਕ ਦਿਨ ਚਰਨਾਂ ਦਾ ਅੰਗੂਠਾ ਜਿਹੜਾ ਹੈ ਉਹ ਮੁੱਖ ਦੇ ਵਿੱਚ ਪਾਇਆ ਹੋਇਆ ਸੀ। ਭਇਓ ਕਛੁਕ ਪ੍ਰਕਾਸ਼ ਹਿਰਦੇ ਮਹਿ, ਤਾਂ ਕੁਝ ਕੁ ਪ੍ਰਕਾਸ਼ ਹਿਰਦੇ ਵਿੱਚ ਹੋਇਆ। ਜਿਮ ਅਰਣੋਦੈ ਹੋਤ ਨਵੀਨ, ਕੈਸਾ ਪ੍ਰਕਾਸ਼ ਹੈ ਗੁਰਮੁਖੋ। ਜਦੋਂ ਇਹ ਵਾਹਿਗੁਰੂ ਦੇ ਦਰ ਵੱਲ ਨੂੰ ਕੋਈ ਪ੍ਰਾਣੀ ਬੰਦਗੀ ਭਜਨ ਸੇਵਾ ਸਿਮਰਨ ਵਿੱਚ ਲੱਗਦਾ ਹੈ ਨਾ, ਤਾਂ ਜਿਉਂ-ਜਿਉਂ ਮਾਲਕ ਦੀ ਕਿਰਪਾ ਹੁੰਦੀ ਹੈ ਤਾਂ ਅੰਦਰੋਂ ਇੱਕ ਪ੍ਰਕਾਸ਼ ਦਿਸਣਾ ਸ਼ੁਰੂ ਹੁੰਦਾ ਹੈ। ਤੇ ਉਹ ਪ੍ਰਕਾਸ਼ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਦਿਸਦਾ? ਜਿਵੇਂ ਸੂਰਜ ਚੜ੍ਹਨ ਤੋਂ ਪਹਿਲਾਂ ਥੋੜੀ ਜਿਹੀ ਲਾਲੀ ਹੁੰਦੀ ਹੈ, ਇਸ ਤਰ੍ਹਾਂ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਹੌਲੀ ਜਿਉਂ-ਜਿਉਂ ਸੂਰਜ ਚੜ੍ਹਦਾ ਹੈ, ਤੇ ਜਿਸ ਦਿਨ ਬ੍ਰਹਮ ਦੀ ਪ੍ਰਾਪਤੀ ਹੋ ਗਈ, ਬ੍ਰਹਮ ਪ੍ਰਤੱਖ, ਜਿਨ੍ਹਾਂ ਗੁਰਮੁਖ ਐਸੇ ਗੁਰਮੁਖਾਂ ਕੋਲ ਸਾਸੰਗ ਕਰਦਿਆਂ ਹੀ ਇਹ ਗੱਲ ਦਾ ਪਤਾ ਲੱਗਿਆ। ਹੁਣ ਉਹਨਾਂ ਨੇ ਅਨੁਭਵ ਦੀ ਗੱਲ ਕਿਤੇ ਕਿਤਾਈ ਕੋਈ ਗੁਰਮੁਖ ਦੱਸਦਾ ਹੈ, ਕਹਿੰਦੇ ਭਾਈ
ਜਦੋਂ ਉਸ ਬ੍ਰਹਮ ਸਾਖਿਆਤ ਹੁੰਦਾ ਹੈ ਨਾ, ਤਾਂ ਫਿਰ ਇੰਨਾ ਜ਼ਿਆਦੇ ਪ੍ਰਕਾਸ਼ ਹੈ ਕਿ ਕਰੋੜਾਂ ਸੂਰਜਾਂ ਦਾ ਵੀ ਉਹਨਾਂ ਪ੍ਰਕਾਸ਼ ਨਹੀਂ ਹੈ। ਇਸ ਤਰ੍ਹਾਂ ਕਿਰਪਾ ਹੁੰਦੀ ਹੈ। ਜਿਮ ਅਰਣੋਦੈ ਹੋਤ ਨਵੀਨ, ਜਿਵੇਂ ਸੂਰਜ ਜਿਹੜਾ ਨਵਾਂ ਸੂਰਜ ਲਾਲੀ ਜੀ ਪ੍ਰਗਟ ਹੁੰਦੀ ਹੈ, ਇਉਂ ਪ੍ਰਕਾਸ਼ ਹੋਇਆ। ਕਰਾਮਾਤ ਕੀ ਸ਼ਕਤ ਭਈ ਤਬ, ਫਿਰ ਗੁਰਮੁਖੋ ਅੰਦਰ ਕਰਾਮਾਤੀ ਸ਼ਕਤੀ ਪੈਦਾ ਹੁੰਦੀ ਹੈ। ਭਜਨ ਬੰਦਗੀ ਕਰੀ ਚੱਲੇ, ਫਿਰ ਪ੍ਰਕਾਸ਼ ਤੋਂ ਬਾਅਦ ਫਿਰ ਕਰਾਮਾਤੀ, ਹੌਲੀ ਹੌਲੀ ਫਿਰ ਸਿੱਧੀ ਫੁਰਨ ਲੱਗ ਜਾਂਦੀ ਹੈ। ਬਾਕ ਸਿੱਧੀ ਆਮ ਆਪਾਂ ਕਹਿੰਦੇ ਵੀ, ਫਿਰ ਹੁੰਦਾ ਕਈ ਵਾਰ ਕਿਹਾ ਬਚਨ ਸੱਤ ਹੋ ਜਾਂਦਾ ਹੈ। ਰਿੱਧੀਆਂ ਆ ਜਾਂਦੀਆਂ, ਰਿੱਧੀ ਫਿਰ ਆ ਜਾਂਦੀ ਹੈ ਵੀ ਫਿਰ ਪਦਾਰਥ ਨਹੀਂ ਮੁੱਕਦਾ। ਫਿਰ ਇਉਂ ਹੁੰਦਾ ਕੋਈ ਨਾ ਕੋਈ ਕਿਸੇ ਪਾਸਿਓਂ ਆ ਹੀ ਜਾਂਦਾ। ਫਿਰ ਗੁਰਮੁਖੋ ਨਿੱਧੀ ਪ੍ਰਗਟ ਹੁੰਦੀ ਹੈ। ਮਾਇਆ ਆਉਣੀ, ਕਦੇ ਨਾ ਕਦੇ ਕੋਈ ਆ ਗਿਆ ਭਜਨ ਬੰਦਗੀ ਕਰਨ ਵਾਲੇ ਕੋਲੇ, ਤੇ ਫਿਰ ਉਹ ਮਾਇਆ ਦੇ ਦਿੰਦਾ। ਹੁਣ ਆ ਹੀ ਜਾਣੀ ਹੈ ਕਿਸੇ ਨਾ ਕਿਸੇ ਪਾਸਿਓਂ, ਉਹਨੂੰ ਕਿਹਾ ਜਾਂਦਾ। ਫਿਰ ਇਹ ਫੁਰਨੀਆਂ ਸ਼ੁਰੂ ਹੋ ਜਾਂਦੀਆਂ, ਤੇ ਬਚਨਾਂ ਦੇ ਵਿੱਚ ਸਿੱਧੀ, ਬਚਨ ਦੀ ਤਾਕਤ। ਫਿਰ ਉਹ ਜਿਹੜਾ ਬੋਲ ਹੈ ਨਾ, ਉਹਦਾ ਮੁੱਲ ਪੈਣਾ ਸ਼ੁਰੂ ਹੋ ਜਾਂਦਾ। ਹੁਣ ਇੱਕ ਤਾਂ ਬੋਲ ਹੈ, ਉਹਨਾਂ ਦਾ ਕੋਈ ਮੁੱਲ ਨਹੀਂ ਹੈ, ਕੋਈ ਕੀਮਤ ਨਹੀਂ ਹੈ, ਕੋਈ ਧਿਆਨ ਨਹੀਂ ਦਿੰਦਾ। ਤੇ ਜਦੋਂ ਇਹ ਕਿਰਪਾ ਹੁੰਦੀ ਹੈ, ਫਿਰ ਉਹਦੇ ਜਿਹੜੇ ਬੋਲ ਨੇ ਉਹ ਕੀਮਤੀ ਬਣ ਜਾਂਦੇ ਆ। ਉਹਨਾਂ ਬੋਲਾਂ ਦੇ ਵੱਲ ਸੰਸਾਰ ਧਿਆਨ ਦੇਣਾ ਸ਼ੁਰੂ ਕਰਦਾ। ਜਿਹੜੇ ਧਰਮ ਦੇ ਪ੍ਰੇਮੀ ਨੇ ਉਹ ਦਿੰਦੇ ਆ ਧਿਆਨ। ਜਿਨ੍ਹਾਂ ਨੂੰ ਧਰਮ ਨਾਲ ਪ੍ਰੇਮ ਕੋਈ ਨਹੀਂ, ਉਹ ਕਹਿੰਦੇ ਛੱਡ, ਐਵੇਂ ਰੌਲਾ ਪਾਇਆ। ਜਿਨ੍ਹਾਂ ਅੰਦਰ ਪ੍ਰੇਮ ਹੈ, ਫਿਰ ਉਹ ਕੀਮਤੀ ਸਮਝਦੇ ਆ ਕਿ ਕੀਮਤੀ ਹੈ ਬਚਨ। ਉੱਥੇ ਕਿਹਾ ਨਾ ਅਮਲੀਕ ਲਾਲ, ਇਹ ਅਮਲੀਕ ਲਾਲ ਬਚਨ ਨੇ, ਬੜੇ ਮੁੱਲਕ ਜਿਹੜੇ ਲਾਲਾਂ ਰੂਪੀ ਬਚਨ ਹੋ ਜਾਂਦੇ ਆ। ਕਰਮਖੰਡ ਕੀ ਬਾਣੀ ਜੋਰ, ਜਦੋਂ ਬਖਸ਼ਿਸ਼ ਦਾ ਇਹ ਖੰਡ ਆਉਂਦਾ ਹੈ ਤਾਂ ਬਾਣੀ ਦੇ ਵਿੱਚ ਜ਼ੋਰ ਆ ਜਾਂਦਾ ਹੈ, ਬਾਣੀ ਦੇ ਵਿੱਚ ਤਾਕਤ ਆ ਜਾਂਦੀ ਹੈ। ਗੁਰੂ ਪਾਤਸ਼ਾਹ ਮਹਾਰਾਜ, ਚਲੋ ਇਹ ਤਾਂ ਹੈ ਗੁਰਮੁਖਾਂ ਦੀਆਂ ਬਾਤਾਂ, ਆਪਣਾ ਹੁਣ ਇਸ ਪਾਸੇ ਹੈ ਨਹੀਂ। ਆਪਾਂ ਤਾਂ ਜਿਉਂ ਜਿਹੀਆਂ ਸੁਣੀਆਂ ਗੁਰਮੁਖਾਂ ਕੋਲੋਂ ਤੁਹਾਨੂੰ ਗਾਂ ਗੱਲ ਸਾਂਝੀ ਕੁਦਰਤੀ ਹੋ ਗਈ। ਮਹਾਰਾਜ ਵਾਲੇ ਹੁਣ ਇਸ ਪਾਸੇ ਨਹੀਂ ਹੁੰਦਾ। ਕਈ ਵਾਰ ਹੁੰਦਾ ਕਦੋਂ ਆਊ, ਕਦੋਂ ਆਪਣਾ ਕਰਮ ਹੈ, ਫਰਜ਼ ਹੈ ਉਹ ਕਰਮ ਕਰਨਾ, ਸੇਵਾ ਸਿਮਰਨ, ਉਹ ਤਾਂ ਮਹਾਰਾਜ ਦੀ ਆਪੇ ਕਿਰਪਾ ਹੋਣੀ ਹੈ। ਕਰਾਮਾਤ ਕੀ ਸ਼ਕਤ ਭਈ ਤਬ, ਫਿਰ ਗੁਰਮੁਖੋ ਕਰਾਮਾਤੀ ਸ਼ਕਤੀ ਪੈਦਾ ਹੋ ਗਈ। ਸਿੱਧੀ ਫੁਰਨ ਲੱਗੀ ਮਨ ਚੀਨ, ਮਨ ਵਿੱਚ ਫਿਰ ਸਿੱਧੀਆਂ ਫੁਰਨ ਲੱਗ ਪਈਆਂ। ਮੋਹ ਮਹਿ ਸ਼ਕਤ ਕਾਮ ਕਿਸ ਆਵੇ, ਤਾਂ ਮਨ ਵਿੱਚ ਫੁਰਨਾ ਹੋ ਗਿਆ ਕਿ ਫਿਰ ਇਹ ਜਿਹੜੀ ਸ਼ਕਤੀ ਆਈ ਹੈ ਮੇਰੇ ਵਿੱਚ, ਗੁਰੂ ਅਮਰਦਾਸ ਜੀ ਮਹਾਰਾਜ ਦੇ ਮਨ ਚ ਆ ਗਿਆ, ਇਹ ਕੀ ਕੰਮ ਆਊਗੀ। ਫਿਰ ਗੁਰ ਸਰੀਰ ਤੇ ਜੇ ਦੁੱਖ ਪਾਏ, ਕੀ ਫਾਇਦਾ ਇਸ ਨੂੰ ਕਰਨਾ ਕੀ ਹੈ ਤਾਕਤ ਕਰਾਮਾਤ ਨੂੰ, ਜੇ ਗੁਰੂ ਸਾਹਿਬ ਦਾ ਅੰਗੂਠਾ ਉਹਨੇ ਤਾਂ ਇੱਥੇ ਫੋੜਾ ਨਿਕਲਿਆ, ਪੀਕ ਨਿਕਲਦੀ ਹੈ। ਗੁਰੂ ਅਮਰਦਾਸ ਮਹਾਰਾਜ ਸੋਚਿਆ ਵੀ ਜੇ ਮਹਾਰਾਜ ਦੁੱਖ ਹੀ ਪਾਈ ਗਏ, ਇਹਦਾ ਕੀ ਫਾਇਦਾ ਜੇ ਮੈਨੂੰ ਆ ਵੀ ਗਈਆਂ ਇਹ। ਕਰੋ ਅਰੋਗ ਜੋ ਬਰਨ ਇਹੋ ਸੂਕੈ, ਤਾਂ ਮਨ ਵਿੱਚ ਹੈ ਵਰਤੀਏ ਫਿਰ ਇਸ ਨੂੰ। ਇਹ ਮਹਾਰਾਜ ਦਾ ਆ ਜਿਹੜਾ ਹੈ ਗੁਰੂ, ਉਹਦਾ ਕਾਰਨ ਇਹ ਨਹੀਂ ਕਿ ਮੈਂ ਸ਼ਕਤੀ ਦਿਖਾਉਣੀ ਹੈ, ਕਾਰਨ ਗੁਰਮੁਖੋ ਇਹ ਹੈ ਮਹਾਰਾਜ ਨੂੰ ਕੋਈ ਤਕਲੀਫ ਨਾ ਹੋਵੇ। ਕਰੋ ਅਰੋਗ ਜੋ ਬਰਨ ਇਹੋ ਸੂਕੈ, ਤੇ ਮਹਾਰਾਜ ਨੂੰ ਐਸਾ ਵਰਤੀਏ ਕਰਾਮਾਂ ਤੇ ਰੋਗ ਹੋ ਜਾਏ, ਜਿਹੜਾ ਫੋੜਾ ਸੁੱਕ ਜਾਵੇ। ਸਰਬ ਪ੍ਰਕਾਰ ਤਬੈ ਸੁਖ ਪਾਏ, ਤਦ ਫਿਰ ਮਹਾਰਾਜ ਸਭ ਤਰ੍ਹਾਂ ਕਰਕੇ ਸੁਖ ਪਾ ਲੈਣ। ਇਮ ਵਿਚਾਰ ਕਰ ਆਪਨ ਸ਼ਕਤ ਤੇ, ਇਸ ਤਰ੍ਹਾਂ ਵਿਚਾਰ ਕਰਕੇ ਦੇਖੋ ਸਿੱਖ ਦੇ ਅੰਦਰ ਵੀ ਕਿੱਡੀ ਤਾਕਤ ਹੋ ਜਾਂਦੀ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ਾਂ ਕਰ ਦਿੰਦਾ ਹੈ। ਕਿਹਾ ਸੀ ਨਾ ਜਦੋਂ ਮਹਾਰਾਜ ਨੇ ਜਿਹੜੇ ਗੰਨਾ ਚੂਪਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਤੇ ਉਹਦੀਆਂ ਛਿਲਕਾਂ ਸੀ ਉਹ ਬਾਹਰ ਛੱਟੀਆਂ,
ਤਾਂ ਉਸ ਸਮੇਂ ਗੁਰਸਿੱਖਾਂ ਵਿੱਚ ਕਿਸੇ ਭਾਈ ਮਤੀ ਦਾਸ ਲਿਖਿਆ ਉਹਨਾਂ ਨੇ, ਉਹ ਚੁੱਕ ਕੇ ਅੱਗੇ ਚੂਪ ਲਈਆਂ। ਇੰਨੀ ਤਾਕਤ ਆ ਗਈ, ਕਹਿੰਦੇ ਮਹਾਰਾਜ ਜੇ ਹੁਕਮ ਕਰਿਓ ਦਿੱਲੀ ਲਾਹੌਰ ਨੂੰ ਕਿਉਂ ਆਪਸ ਵਿੱਚ ਪੜਾ ਦਈਏ, ਜਿਵੇਂ ਦੋ ਇੱਟਾਂ ਚੁੱਕ ਕੇ ਆਪਸ ਵਿੱਚ ਮਾਰੀ ਦੀਆਂ। ਜੇ ਆਖੋ ਮਹਾਰਾਜ ਇਹ ਗਰਕ ਕਰ ਦਈਏ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਕਿੱਥੋਂ ਮਿਲੀਆਂ ਤਾਕਤਾਂ? ਕਹਿੰਦਾ ਮਹਾਰਾਜ ਪਤਾ ਨਹੀਂ, ਆ ਤੁਹਾਡੇ ਚੂਪੇ ਹੋਏ ਗੰਨੇ ਦੀਆਂ ਛਿਲਕਾਂ 'ਚ ਮੈਂ ਚੂਪ ਲੀਆਂ। ਉਦੋਂ ਮਹਾਰਾਜ ਕਹਿੰਦੇ ਫਿਰ ਜਿਹਨੇ ਚੂਪ ਕੇ ਸੁੱਟੀਆਂ ਉਹਦੇ 'ਚ ਕਿੰਨੀ ਤਾਂ। ਇਹ ਤਾਂ ਹੁਣ ਮਹਾਰਾਜ ਇਹ ਸਿੱਖ ਦੇ ਅੰਦਰ ਬਿਰਤੀ ਹੈ ਤਾਂ ਸਿਖਾਉਂਦਾ ਹੈ ਨਾ ਗੁਰੂ ਸਾਰਾ ਕੁਝ। ਮਨ ਵਿੱਚ ਆਇਆ ਕਰੋ ਰੋਗ ਜੋ ਬਰਨ ਇਹੋ ਸੁੱਕੈ, ਸਰਵ ਪ੍ਰਕਾਰ ਤਵੈ ਸੁਖ ਪਾਏ। ਮਹਾਰਾਜ ਨੂੰ ਸੁਖ ਮਿਲ ਜਾਵੇ। ਇਮ ਵਿਚਾਰ ਕਰ ਆਪਨ ਸ਼ਕਤ ਤੇ, ਇਸ ਤਰ੍ਹਾਂ ਵਿਚਾਰ ਕਰਕੇ ਆਪਣੀ ਉਸ ਸ਼ਕਤੀ ਦੇ ਨਾਲ ਰੋਗ ਅੰਗੁਸ਼ਟ ਦੀਨ ਬਿਨ ਸਾਏ, ਤੇ ਉਹ ਜਿਹੜਾ ਅੰਗੂਠੇ ਦਾ ਰੋਗ ਸੀ ਨਾ ਉਹ ਦੂਰ ਕਰਤਾ ਗੁਰੂ ਅਮਰਦਾਸ ਪਾਤਸ਼ਾਹ ਨੇ ਸੇਵਕ ਰੂਪ ਦੇ ਵਿੱਚ ਹੁੰਦੇ ਆ। ਸ੍ਰੀ ਅੰਗਦ ਜੀ ਜਾਗ ਪਿਖਿਓ ਤਬ, ਗੁਰੂ ਅੰਗਦ ਦੇ ਮਹਾਰਾਜ ਹੈ ਤਾਂ ਹੁਣ ਉਹਦੀ ਮੌਤ 'ਚ ਹੀ ਸਾਰਾ ਕੁਝ। ਜਾਗ ਕੇ ਜਦੋਂ ਵੇਖਿਆ ਚਰਨ ਅੰਗੂਠੇ ਮੈਂ ਬ੍ਰਣ ਨਾ ਆਏ, ਕਿ ਚਰਨਾਂ ਦੇ ਅੰਗੂਠੇ ਵਿੱਚ ਉਹ ਫੋੜਾ ਨਹੀਂ ਹੈ। ਹੁਣ ਪੁਨ ਜਾਣਿਓ ਸ੍ਰੀ ਅਮਰ ਕੀਨ ਇਹ, ਫਿਰ ਜਾਣ ਲਿਆ ਵੀ ਇਹ ਕੰਮ ਸਾਡੇ ਸੇਵਕ ਅਮਰਦਾਸ ਨੇ ਕੀਤਾ ਹੈ। ਕੁਛ ਇੱਕ ਸ਼ਕਤ ਹੋਈ ਇਨ ਆਏ, ਕਿਉਂਕਿ ਸੇਵਾ ਕਰਦਿਆਂ ਕੁਝ ਕੇ ਸ਼ਕਤੀਆਂ ਇਹਨਾਂ ਨੂੰ ਪ੍ਰਾਪਤ ਹੋ ਗਈਆਂ। ਸੇਵਾ ਕਰਦਿਆਂ ਸ਼ਕਤੀਆਂ ਤਾਂ ਇਹ ਤਾਂ ਗੁਰਮੁਖੋ ਗੁਰੂ ਘਰ ਦੇ ਤਾਂ ਕੁੱਤਿਆਂ 'ਚ ਵੀ ਆ ਜਾਂਦੀਆਂ, ਮਹਾਰਾਜ ਦੇ ਦਰ ਤੇ ਰਹਿੰਦੇ। ਇਹ ਤਾਂ ਵੱਡੀ ਗੱਲ ਨਹੀਂ, ਭਾਵਨਾ ਨਾਲ ਕੋਈ ਕਰਦਾ ਰਹੇ ਸੇਵਾ ਸਿਮਰਨ। ਇਹ ਵਿਚਾਰ ਕਰਕੇ ਇਸ ਤਰ੍ਹਾਂ ਜਦੋਂ ਵੇਖਿਆ ਚਰਨ ਅੰਗੂਠੇ ਮੈਂ ਬਰਨ ਨਾਏ, ਬਰਨ ਨਾਮ ਫੋੜੇ ਦਾ ਹੈ। ਪੁਨ ਜਾਣਿਓ ਸ੍ਰੀ ਅਮਰ ਕੀਨ ਇਹ, ਫਿਰ ਜਾਣ ਲਿਆ ਕਿ ਸਾਡੇ ਸੇਵਕ ਅਮਰਦਾਸ ਨੇ ਕੀਤੀ ਹੈ। ਕੁਛ ਇੱਕ ਸ਼ਕਤ ਹੋਈ ਇਨ ਆਏ, ਕਿਉਂਕਿ ਇਹਨਾਂ ਨੂੰ ਕੁਝ ਗੁਣ ਸ਼ਕਤੀਆਂ ਪ੍ਰਾਪਤ ਹੋ ਗਈਆਂ। ਸੁਨ ਪੁਰਖਾ ਤੈ ਕਿਆ ਇਹ ਕੀਨਸ, ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਹੈ ਪੁਰਖਾ ਸੁਣਾ ਕੀ ਕੀਤਾ ਤੂੰ, ਜਰਾ ਸ਼ਕਤ ਭੀ ਜਰੀ ਨਾ ਜਾਏ। ਅਜੇ ਤਾਂ ਥੋੜੀ ਸ਼ਕਤੀ ਆਈ ਹੈ, ਉਹ ਵੀ ਨਹੀਂ ਜਰੀ ਜਾਂਦੀ ਹੈ। ਤੀਨ ਲੋਕ ਪਤ ਸ੍ਰੀ ਗੁਰ ਨਾਨਕ, ਉਹ ਦੇਖ ਤਿੰਨਾਂ ਲੋਕਾਂ ਦਾ ਪਤੀ ਪਰਮੇਸ਼ਰ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ। ਇਸ ਪੱਗ ਕੋ ਤਿੰਨ ਸੀਸ ਨਿਵਾਏ, ਉਹਨਾਂ ਨੇ ਆਪ ਪੈਰਾਂ ਤੇ ਮੱਥਾ ਨਿਵਾਤਾ, ਆਪਣਾ ਸਿਰ ਨਿਵਾਇਆ ਸਾਡੇ ਚਰਨਾਂ ਤੇ। ਉਚਿਤ ਕਸ਼ਟ ਕੀ ਹੈ ਇਹੋ ਸਦਹੀ, ਇਹ ਤਾਂ ਅਸੀਂ ਤਾਂ ਰੱਖਿਆ ਸੀ, ਸਾਨੂੰ ਹਮੇਸ਼ਾ ਇਹ ਗੱਲ ਯਾਦ ਰਹੇ। ਇਹ ਉਚਿਤ ਕਸ਼ਟ ਕੇ, ਇਹ ਤਾਂ ਹਮੇਸ਼ਾ ਕਸ਼ਟ ਦੇਣ ਦੇ ਹੀ ਯੋਗ ਹਨ। ਕਿਉਂ ਦੀਨੋ ਤੁਮ ਰੋਗ ਗਵਾਏ, ਤੁਸੀਂ ਇਹ ਰੋਗ ਕਿਉਂ ਦੂਰ ਕਰ ਦਿੱਤਾ। ਅਜਰ ਜਰਨ ਹੋਏ ਸੰਤਨ ਕੋ ਔਰ, ਇਹ ਜਾਣ ਲੈ ਜਿਹੜਾ ਸੰਤਾਂ ਦਾ ਹਿਰਦਾ ਹੁੰਦਾ ਨਾ, ਅਜਰ ਵਸਤੂ ਨੂੰ ਜਰਨ ਵਾਲਾ ਹੁੰਦਾ ਹੈ। ਔਰ ਨਾਮ ਹਿਰਦੇ ਦਾ ਹੈ। ਮਹਾ ਗੰਭੀਰ ਸੁਧੀਰ ਵਿਸਾਲ, ਜਿਹੜਾ ਸੰਤ ਹੁੰਦਾ ਉਹ ਬਹੁਤ ਗੰਭੀਰ ਹੁੰਦਾ ਹੈ ਔਰ ਵੱਡੇ ਧੀਰਜ ਵਾਲਾ ਹੁੰਦਾ ਹੈ। ਸਿਰ ਲੱਗ ਦੇਤ ਦੇਰ ਨਹਿ ਲੱਗੈ, ਕਹਿੰਦੇ ਸਿਰ ਵੀ ਦੇਣਾ ਪੈ ਜੇ ਨਾ, ਸਿਰ ਦੇਣ ਲੱਗਿਆਂ ਵੀ ਦੇਰ ਨਾ ਲੱਗੇ। ਅਜਮਤ ਨਹਿ ਦਿਖਾਏ ਕਿਸ ਕਾਲ, ਆਪਣੇ ਫਾਇਦੇ ਲਈ ਕਿਸੇ ਵੀ ਸਮੇਂ ਤਾਕਤ ਕਰਾਮਾਤ ਨਹੀਂ ਦਿਖਾਉਣੀ ਹੈ। ਐਸੇ ਕਰਤ ਬਚਨ ਨਿਤ ਜਾਵਤ, ਐਸੇ ਕਰਤ ਬਦਤ ਨਿਤ ਜਾਵਤ, ਇਸ ਤਰ੍ਹਾਂ ਕਰਦਿਆਂ ਕਹਿੰਦੇ ਬਦਤ ਨਿਤ ਜਾਵਤ, ਨਿਤ ਜਿਹੜਾ ਹੈ ਉਹ ਭਾਈ ਬੀਤ ਰਿਹਾ ਹੈ। ਕਿਸੂ ਜਨਾਵੈ ਰਹਿ ਨ ਪਾਲ, ਹੁਣ ਮਹਾਰਾਜ ਕਿਸੇ ਨੂੰ ਜਣਾਉਂਦੇ ਨਹੀਂ, ਇਹ ਦੱਸਿਆ ਵੀ ਪੜਦਾ ਰਹਿਣਾ ਚਾਹੀਦਾ ਹੈ। ਸੀਖ ਧਰੋ ਦ੍ਰਿੜ ਨਹਿਨ ਵਿਸਾਰੋ,
ਆਪਣੇ ਅੰਦਰ ਇਹ ਸਿੱਖਿਆ ਦ੍ਰਿੜ ਕਰ ਲੋ, ਇਸ ਨੂੰ ਭੁਲਾਉਣਾ ਨਹੀਂ, ਵਿਸਾਰਨਾ ਨਹੀਂ। ਸਦਾ ਸੰਹਾਰੋ ਪ੍ਰਭੂ ਕਿਰਪਾਲ, ਹਮੇਸ਼ਾ ਕਿਰਪਾਲੂ ਪਰਮੇਸ਼ਰ ਨੂੰ ਸੰਭਾਲੋ, ਭਾਵ ਉਹਦਾ ਨਾਮ ਜਪੋ। ਸੁਨ ਸ੍ਰੀ ਅਮਰ ਜੋਰ ਕਰ ਡਾਢੇ, ਇਉਂ ਭਾਈ ਗੁਰੂ ਅਮਰਦਾਸ ਪਾਤਸ਼ਾਹ ਜੀ ਜੋਰ ਹੱਥ ਜੋੜ ਕਰਕੇ ਬਹੁਤਾ ਹੀ ਛਿਮਹੁ ਗੁਰੂ ਮੈਂ ਮਨ ਮਤ ਕੀਨ, ਕਿਹਾ ਹੈ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਮੈਨੂੰ ਮਾਫ ਕਰ ਦਿਓ, ਛਿਮਾ ਕਰ ਦਿਓ, ਮੈਂ ਆਪਣੇ ਮਨ ਦੀ ਮਤ ਕੀਤੀ ਹੈ। ਨਾ ਹੈ ਰਜਾਏ ਆਪ ਕੀ ਵਰਤੀ, ਮਹਾਰਾਜ ਮੈਂ ਤੁਹਾਡੀ ਰਜਾ ਨਹੀਂ ਵਰਤੀ ਹੈ, ਤੁਹਾਡਾ ਹੁਕਮ ਰਜਾ ਉਹ ਮੈਂ ਤੁਹਾਡੀ ਵਰਤੀ ਨਹੀਂ। ਅਬ ਮੈਂ ਕਰੂੰ ਸੀਖ ਜਿਮ ਦੀਨ, ਮਹਾਰਾਜ ਹੁਣ ਮੈਂ ਜਿਵੇਂ ਤੁਸੀਂ ਸਿੱਖਿਆ ਦਿੱਤੀ ਹੈ ਉਸੇ ਤਰ੍ਹਾਂ ਕਰਾਂਗਾ। ਬਿਰਦ ਵੱਡੋ ਬਖਸ਼ੰਦ ਆਪ ਕੋ, ਤੁਹਾਡਾ ਮਹਾਰਾਜ ਜਿਹੜਾ ਬਿਰਦ ਸੁਭਾਅ ਧਰਮ ਹੈ ਵੱਡਾ ਬਖਸ਼ਿੰਦ ਹੈ। ਸਾਗਰ ਜਿਮ ਗੰਭੀਰ ਪ੍ਰਬੀਨ, ਜਿਵੇਂ ਸਾਗਰ ਬਹੁਤ ਡੂੰਘਾ ਹੈ ਉਸੇ ਤਰ੍ਹਾਂ ਮਹਾਰਾਜ ਤੁਸੀਂ ਬਹੁਤ ਗੰਭੀਰ ਅੰਤਰੀਵ ਤੌਰ ਤੇ ਡੂੰਘੇ, ਪ੍ਰਬੀਨ ਕਹੀਏ ਮਹਾਨ ਸਿਆਣਪ ਵਾਲੇ ਹੋ। ਧੀਰ ਧਰਾ ਸੀ ਧਰਤ ਸਦਾ ਤੁਮ, ਫਿਰ ਧਰਤੀ ਵਾਂਗੂ ਹਮੇਸ਼ਾ ਤੁਹਾਡੇ ਅੰਦਰ ਧੀਰਜ ਹੈ। ਧਰਤੀ ਤਾਂ ਕਈ ਵਾਰ ਧੀਰਜ ਛੱਡ ਦਿੰਦੀ ਹੈ, ਭੁਚਾਲ ਆ ਜਾਂਦੇ ਨੇ, ਕਿੰਨੀਆਂ ਇਮਾਰਤਾਂ ਡੇਗ ਲੈਂਦੀ ਹੈ, ਕਿੰਨਾ ਕੁਛ, ਪਰ ਮਹਾਰਾਜ ਤੁਹਾਡੇ ਅੰਦਰ ਧਰਤੀ ਵਰਗਾ ਜਿਹੜਾ ਧੀਰਜ ਹੈ ਉਹ ਹਮੇਸ਼ਾ ਵਾਸਤੇ ਹੈ। ਤੁਮ ਹਮ ਸਦਾ ਤੁਮ, ਹਮ ਕਿਆ ਜਾਣੈ ਜੀਵ ਮਲੀਨ, ਅਸੀਂ ਮਲੀਨ ਮਤ ਵਾਲੇ ਜੀਵ ਮਹਾਰਾਜ ਕੀ ਜਾਣਦੇ ਹਾਂ। ਬੇਨਤੀ ਸੁਨ ਪ੍ਰਸੰਨ ਹੋਏ ਪ੍ਰਭ, ਇਹ ਬੇਨਤੀ ਸੁਣ ਕੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਪ੍ਰਸੰਨ ਹੋਏ। ਬਖਸ਼ੇ ਕਰੋ ਨ ਐਸੇ ਫੇਰ, ਕਿਹਾ ਭਾਈ ਤੁਹਾਨੂੰ ਬਖਸ਼ਿਆ, ਮੁੜ ਕੇ ਐਸਾ ਨਹੀਂ ਕਰਨਾ। ਪੂਰਬ ਜਸ ਥੋ ਤਥਾ ਬਨਾਇਓ, ਫਿਰ ਜਿਵੇਂ ਪਹਿਲਾਂ ਸੀ ਅੰਗੂਠਾ ਉਸੇ ਤਰ੍ਹਾਂ ਹੀ ਬਣਾ ਲਿਆ। ਚਰਨ ਅੰਗੂਠੇ ਬ੍ਰਿਨ ਜੋ ਬਡੇਰ, ਜੋ ਚਰਨਾਂ ਦੇ ਅੰਗੂਠੇ ਉੱਤੇ ਵੱਡਾ ਇੱਕ ਤਰ੍ਹਾਂ ਫੋੜਾ ਸੀ ਉਸੇ ਤਰ੍ਹਾਂ ਹੀ ਬਣਾ ਲਿਆ। ਰਾਂਦ ਰੁਦਰ ਚੋਵਤ ਰਹਿ ਥੋਰੋ, ਤੇ ਪਾਕ ਲਹੂ ਜਿਹੜਾ ਹੈ ਥੋੜਾ ਥੋੜਾ ਹਮੇਸ਼ਾ ਨਿਕਲਦਾ ਰਹਿੰਦਾ। ਗੁਰ ਕੀ ਕਥਾ ਅਕਥ ਹੀ ਹੇਰ, ਇਹ ਜਾਣ ਲਓ ਭਾਈ ਜਿਹੜੀ ਗੁਰੂ ਦੀ ਕਥਾ ਹੈ ਨਾ, ਇਹ ਵੇਖ ਲਓ ਅਕਥ ਹੈ, ਇਹਨੂੰ ਕੋਈ ਕਥੇਗਾ ਕੋਈ ਕਿਆ ਖੇਡ ਹੈ। ਕਿਸ ਮਹਿ ਸਮਰੱਥ ਜਾਣ ਸਕੈ ਕੋ, ਕਿਹਦੇ ਵਿੱਚ ਐਡੀ ਸਮਰੱਥ ਹੈ ਜੋ ਇਸ ਗੱਲ ਨੂੰ ਅੰਤਰੀਵ ਗੱਲ ਨੂੰ ਜਾਣ ਸਕੇ। ਸੁਰ ਨਰ ਬਿਸਮੈ ਦੇਵ ਕਨੇਰ, ਸੁਰ ਨਰ ਦੇਵਤੇ ਇਤਿਆਦਿਕ ਸਾਰੇ ਭਾਈ ਬਿਸਮਾਦ ਹੋ ਜਾਂਦੇ ਵੇਖ ਕੇ। ਬਰਖ ਇਕਾਦਸ ਸੇਵਾ ਕੀਨਸ, ਇਉਂ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ 11 ਸਾਲ ਇਹ ਸੇਵਾ ਜਦੋਂ ਕੀਤੀ। ਦਿਓ ਰੁਮਾਲ ਇਕਾਦਸ ਪਾਨ, ਤਾਂ ਗੁਰੂ ਅੰਗਦ ਦੇ ਪਾਤਸ਼ਾਹ ਨੇ ਆਪਣੇ ਹੱਥੀਂ ਫਿਰ 11ਵੀਂ ਵਾਰ ਸਰੂਪਾ ਬਖਸ਼ਿਆ। ਸੋ ਸਗਰੇ ਸਿਰ ਪਰ ਕਰ ਬੰਧਨ, ਉਹ ਸਾਰੇ ਦੇ ਸਾਰੇ ਜਿਹੜੇ ਸਰੂਪਾ ਉਸੇ ਸਿਰ ਦੇ ਉੱਤੇ ਪੱਕੇ ਕਰਕੇ ਬੰਨੀ ਗਏ। ਰਸਰੀ ਸੰਗ ਸੋ ਦ੍ਰਿੜਤਾ ਠਾਨ, ਰੱਸੀ ਨਾਲ ਐਨ ਪੱਕੇ ਕਰਕੇ ਬੰਨ ਲੈਣਾ, ਕੋਈ ਲੈ ਨਾ ਜਾਵੇ। ਵੱਡੋ ਮੁਕਟ ਤਿਨ ਕੋ ਤਬ ਹੋਇਓ, ਤਾਂ ਉਹ ਇੱਕ ਤਰ੍ਹਾਂ ਨਾਲ ਉਹਨੂੰ ਉੱਪਰ ਦੀ ਉੱਪਰ ਬੰਨੀ ਗਏ, ਉਹ ਵੱਡਾ ਮੁਕਟ ਬਣ ਗਿਆ, ਜਿਵੇਂ ਕੋਈ ਵੱਡਾ ਬਹੁਤ ਵੱਡੀ ਦਸਤਾਰ ਵਾਂਗੂ ਹੋ ਗਏ। ਨਰ ਅਜਾਨ ਉਪਹਾਸ ਕਰਾਨ, ਤੇ ਜਿਹੜੇ ਅਣਜਾਣ ਬੰਦੇ ਆ ਉਹ ਹਾਸਾ ਕਰਦੇ ਆ। ਜਿਵੇਂ ਹੁਣ ਵੀ ਆਪਾਂ ਵੇਖਦੇ ਆ ਨਾ, ਨਿਹੰਗ ਸਿੰਘ ਵੱਡੀਆਂ ਵੱਡੀਆਂ ਦਸਤਾਰਾਂ ਬੰਨੀਆਂ ਹੁੰਦੀਆਂ, ਤੇ ਉਹ ਇੱਕ ਕਿਸੇ ਨੇ ਫੋਟੋ ਪਾਤੀ, ਇੱਕ ਮੂਰਖ ਬੰਦੇ ਨੇ ਲਿਖਤਾ, ਉਹ ਕਹਿੰਦਾ ਕੀ ਲੋੜ ਇੰਨਾ ਭਾਰ ਚੱਕਿਆ ਹੈ, ਮੋਢਿਆਂ ਤੱਕ ਆਇਆ ਪਿਆ। ਹੁਣ ਉਹ ਜਿਹਨੇ ਭਾਈ ਜੀ ਨੂੰ ਭਾਰ ਲੱਗਦਾ ਹੈ ਉਹਨੂੰ ਲੱਗਦਾ ਹੋਊ। ਪਹਿਲੀ ਗੱਲ ਤਾਂ ਐਡੀ ਮੂਰਖਤਾ ਹੈ ਕਿ ਤੈਨੂੰ ਕੀ ਤਕਲੀਫ ਹੈ, ਜਿਹਨੇ ਬੱਧੀ ਹੈ ਉਹਨੂੰ ਤੇ ਉਹਦਾ ਭਾਰ ਲੱਗਦਾ ਨਹੀਂ, ਤੇ ਜਿਹਨੇ ਬੰਨਿਆ ਕੁਛ ਨਹੀਂ ਉਹ ਭਾਰ ਦੱਸੀ ਜਾਂਦਾ ਹੈ। ਇਹ ਹਾਲ ਹੋਇਆ ਹੋਇਆ ਹੈ। ਹਰੇਕ ਕਹਿੰਦਾ ਮੇਰੇ ਵਰਗਾ ਬੁੱਧੀਜੀਵੀ ਕੋਈ ਨਹੀਂ ਹੈ। ਬਸ ਮੈਂ ਧਰਤੀ ਤੇ ਆ ਗਿਆ, ਜਿੰਨੀ ਮੱਤ ਮੈਨੂੰ ਮਿਲ ਗਈ ਨਾ,
ਉਹ ਨਹੀਂ, ਕਿਸੇ ਨੂੰ ਨਹੀਂ ਮਿਲੀ। ਇਹ ਤਾਂ ਉਹਨਾਂ ਨੂੰ ਪੁੱਛ ਕੇ ਵੇਖੋ, ਜਦੋਂ ਸਾਹਿਬਜ਼ਾਦੇ ਖੇਡਦੇ ਸੀ, ਬਾਬਾ ਫਤਿਹ ਸਿੰਘ ਜੀ ਛੋਟੇ, ਤੇ ਉਹ ਖੇਡਣ ਕੁਦਰਤੀ ਬਾਬਾ ਅਜੀਤ ਸਿੰਘ ਜੀ ਨੇ ਕਹਿਤਾ ਕਿ ਫਤਿਹ ਸਿੰਘ ਤੂੰ ਰਹਿਣ ਦੇ ਵਿੱਚ, ਤੂੰ ਛੋਟਾ ਹੈ, ਤੇਰਾ ਕੱਦ ਛੋਟਾ, ਬਰਾਬਰ ਖੇਡ ਨਹੀਂ ਹੋਣਾ। ਅੰਦਰ ਚਲੇ ਗਏ। ਹੁਣ ਛੋਟੀ ਉਮਰ, ਗੁਰਮੁਖੋ 7 ਸਾਲ ਦੀ ਉਮਰ ਤਾਂ ਸ਼ਹੀਦੀ ਹੋ ਗਈ, ਤੇ ਉਸ ਸਮੇਂ ਬਾਬਾ ਫਤਿਹ ਸਿੰਘ ਜੀ ਦੀ ਉਮਰ 5 ਸਾਲ ਸੀ। ਅੰਦਰ ਗਏ ਤੇ ਅੰਦਰ ਦਸਤਾਰ ਪਈ ਸੀ, ਕੋਈ ਪਰਨਾ, ਜੋ ਕੁਝ ਮਿਲਿਆ ਬੰਨੀ ਗਏ ਜਿਵੇਂ ਜਿਵੇਂ ਉੱਪਰ ਦੀ ਉੱਪਰ, ਤੇ ਮੁੜ ਕੇ ਦੋਵਾਂ ਹੱਥਾਂ ਨਾਲ ਸੰਭਾਲਿਆ ਹੋਇਆ। ਬਾਹਰ ਆ ਗਏ, ਉੱਚੀ ਆਵਾਜ਼ ਵਿੱਚ ਆ ਕੇ ਕਿਹਾ ਆਪਣੇ ਵੱਡੇ ਭਰਾ ਨੂੰ, ਵੀਰ ਅਜੀਤ ਸਿੰਘ, ਹੁਣ ਤਾਂ ਮੈਂ ਤੁਹਾਡੇ ਜਿੱਡਾ ਹੋ ਗਿਆ ਨਾ, ਦੇਖ ਮੈਂ ਤੁਹਾਡੇ ਬਰਾਬਰ ਖੇਡੂੰਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਵੇਖਦੇ ਸਨ। ਮਹਾਰਾਜ ਉੱਠ ਕੇ ਆਏ, ਗੁਰਮੁਖੋ ਗੋਦ ਚੱਕ ਲਿਆ ਸਾਹਿਬਜ਼ਾਦਾ ਫਤਿਹ ਸਿੰਘ, ਕਿਹਾ ਹਾਂ ਫਤਿਹ ਸਿੰਘਾ, ਹੁਣ ਤੂੰ ਬਰਾਬਰ ਹੀ ਖੇਡੇਂਗਾ ਇਹਨਾਂ ਦੇ। ਇਹ ਵੀ ਹੈ ਸਮਾਂ ਜਿਹੜਾ ਪੰਥ ਖਾਲਸੇ ਵਿੱਚ ਤੇਰੀ ਇਹ ਨਿਸ਼ਾਨੀ, ਵੱਡੀਆਂ ਵੱਡੀਆਂ ਦਸਤਾਰਾਂ ਮੇਰਾ ਖਾਲਸਾ ਸਜਾਇਆ ਕਰੂਗਾ, ਇਹ ਫਤਿਹ ਸਿੰਘਾ ਤੇਰੀ ਨਿਸ਼ਾਨੀ ਹੈ। ਤੇ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਅਗਰ ਕੋਈ ਉਸ ਤੇ ਕਿੰਤੂ ਕਰਦਾ ਹੈ, ਉਹ ਭਲਿਆ ਕਿੰਤੂ ਕਰਨ ਤੋਂ ਪਹਿਲਾਂ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਤਾਂ ਵੇਖ ਲੈ। 7 ਸਾਲ ਦੀ ਉਮਰ, ਇੱਥੇ 7 ਸਾਲ ਦੇ ਜਵਾਕਾਂ ਨੂੰ ਰੋਟੀ ਪਾਣੀ ਨਹੀਂ ਛਕਣਾ ਆਉਂਦਾ, ਨਹਾਉਣਾ ਨਹੀਂ ਆਉਂਦਾ, ਉਹ ਗੱਲਾਂ ਕਰਦੇ ਨੇ ਐਡੀਆਂ ਐਡੀਆਂ ਦਸਤਾਰਾਂ ਦੀ ਕੀ ਲੋੜ ਹੈ। ਕਦੇ ਤੁਸੀਂ ਉਸ ਪਾਸੇ ਨਿਗਾਹ ਮਾਰ ਕੇ ਵੇਖੀਏ, ਇਹ ਇਤਿਹਾਸ ਐਵੇਂ ਨਹੀਂ ਬਣਿਆ। ਗੁਰੂ ਪਾਤਸ਼ਾਹ ਮਹਾਰਾਜ ਦੇ ਉੱਤੇ ਵੀ ਵੱਡੋ ਮੁਕਟ ਤਿੰਨ ਕੋ ਤਬ ਹੋਇਓ। ਵੱਡਾ ਮੁਕਟ ਜਦੋਂ ਹੋਇਆ, ਨਰ ਅਜਾਨ ਉਪਹਾਸ ਕਰਾਨ। ਜਿਹੜੇ ਅਣਜਾਣ ਨੇ ਉਹ ਉਪਹਾਸ ਮਖੌਲ ਕਰਦੇ ਹਨ। ਨਹਿ ਜਾਣੈ ਮਹਿਮਾ ਇਸ ਮੁਕਟ ਹੈ। ਇਸ ਵੱਡੇ ਮੁਕਟਰੂ, ਵੱਡੇ ਦਸਤਾਰੇ ਦੀ ਮਹਿਮਾ ਨੂੰ ਨਹੀਂ ਜਾਣਦੇ ਕਿ ਇਹ ਐਵੇਂ ਥੋੜੋ ਹੋਈ ਹੈ। ਇਹ ਇੰਨਾ ਸਮਾਂ 12 ਸਾਲ ਸੇਵਾ ਕੀਤੀ ਹੈ ਤਾਂ ਹੋਇਆ। ਇਹ 11ਵਾਂ ਮਿਲਿਆ ਸੀ, ਅੱਗੇ 12ਵੇਂ ਸਰੋਪੇ ਤੇ ਫਿਰ ਮਹਾਰਾਜ ਨੇ ਕੁਰਤਾ ਗੱਦੀ ਬਖਸ਼ੀ। ਇਹ ਕਿਤੇ ਐਵੇਂ ਮਿਲ ਗਿਆ ਹੈ। ਨਹਿ ਜਾਣੈ ਮਹਿਮਾ ਇਸ ਮੁਕਟ ਹੈ, ਜਿਸ ਤੇ ਹੋਵੇ ਆਨ ਕੀ ਆਨ। ਜਿਹਦੇ ਨਾਲ ਆਨ ਦੀ ਆਨ, ਇਹ ਗੁਰਮੁਖੋ ਕਿਸ ਕਰਕੇ ਹੋਇਆ ਹੈ। ਆਨ ਨਾਮ ਜਿਹੜਾ ਹੈ, ਆਉਣਾ, ਆਨ ਨਾਮ ਜਿਹੜਾ ਹੈ, ਇਹ ਗੁਰਮੁਖੋ ਧਰਮ ਦੀ ਗੱਲ ਵੀ ਹੈ। ਜਿਸ ਤੇ ਹੋਵੇ ਆਨ ਕੀ ਆਨ, ਜਿਹਦੇ ਨਾਲ ਇਹ ਦਸਤਾਰੇ ਨਾਲ ਆਨ ਕੀ ਆਨ, ਹੋਰ ਦਾ ਹੋਰ ਹੋ ਜਾਂਦਾ ਹੈ। ਬਰਖ ਦੁਆਦਸ ਸੇਵਤ ਆਇਓ। ਜਦੋਂ 12ਵਾਂ ਸਾਲ ਆ ਗਿਆ ਸੇਵਾ ਕਰਦਿਆਂ ਨੂੰ, ਜੀਰਨ ਚੀਰ ਸਰੀਰ ਸੁਛਾਦ। ਤਾਂ ਉਹ ਜਿਹੜੇ ਬਸਤਰ ਸੀ ਨਾ ਸਿਰ ਤੇ ਬੱਧੇ ਹੋਏ, ਉਹ ਜੀਰਨ ਹੋ ਗਏ। ਜੀਰਨ ਨਾਮ ਪੁਰਾਣੇ ਦਾ ਹੈ, ਤੇ ਫਿਰ ਅੱਗੇ ਚੀਰ ਨਾਮ ਹੈ ਬਸਤਰ ਦਾ। ਛਾਦ ਨਾਮ ਹੁੰਦਾ ਜਿਹਦੇ ਨਾਲ ਸਰੀਰ ਨੂੰ ਢਕਿਆ ਹੋਇਆ ਹੈ। ਗੁਰੂ ਪਾਤਸ਼ਾਹ ਮਹਾਰਾਜ ਦੇ ਜਿਹੜੇ ਬਸਤਰ ਨੇ ਉਹ ਇੰਨੇ ਜੀਰਨ ਹੋ ਗਏ ਜਿਨ੍ਹਾਂ ਨਾਲ ਸਰੀਰ ਢਕਿਆ ਹੋਇਆ। ਪੱਗ ਮੈਂ ਭਈ ਬਿਆਈ ਫਟ ਕਰ। ਚਰਨਾਂ ਦੇ ਵਿੱਚ ਸੇਵਾ ਕਰਦਿਆਂ, ਨੰਗੇ ਚਰਨ ਸੇਵਾ ਕਰਨੀ ਤੇ ਬਿਆਈਆਂ ਪਾਟ ਗਈਆਂ। ਕਰ ਬਿਆਈ, ਹਾਂ ਚਰਨ, ਪੱਗ ਮੈਂ ਭਈ ਬਿਆਈ ਫਟ ਕਰ, ਫਟ ਕੇ ਬਿਆਈਆਂ ਬਣ ਗਈਆਂ। ਖਾਨ ਪਾਨ ਕੋ ਚਾਹੇ ਨਾ ਸਾਦ। ਫੇਰ ਗੁਰਮੁਖੋ ਕੋਈ ਖਾਣ ਪੀਣ ਦੇ ਵੀ ਸਵਾਦ ਨਹੀਂ ਹੈ। ਜੈਸਾ ਮਿਲ ਗਿਆ ਛਾਕੇ ਭਾਵਨਾ ਸੇਵਾ ਵਿੱਚ ਹੈ। ਜਲ ਸੋ ਭੀਜ ਹਾਥ ਤਿਸ ਵਿਦ ਭੇ। ਉਸੇ ਤਰ੍ਹਾਂ ਹੀ ਜਿਹੜਾ ਹੈ ਜਲ ਸੋ ਭੀਜ, ਪਾਣੀ ਜਲ ਦੇ ਨਾਲ ਹੱਥ ਜਿਹੜੇ ਹੈ ਉਹ ਵੀ ਭਿੱਜੇ ਹਰ ਸਮੇਂ, ਕਿਉਂਕਿ ਸੇਵਾ ਕਰੀ ਜਾਣੀ, ਹੱਥਾਂ ਤੇ ਵੀ ਉਹੀ ਹਾਲ। ਕਬ ਬੈਠੈ ਸੁਨ ਸ਼ਬਦ ਸੋ ਨਾਦ। ਕਦੇ ਗੁਰੂ ਪਾਤਸ਼ਾਹ ਮਹਾਰਾਜ ਬੈਠ ਜਾਂਦੇ ਹਨ ਤੇ ਭਾਈ ਕੀਰਤਨ ਧੁਨਾ ਸ਼ਬਦ ਸਰਵਣ ਕਰਦੇ ਐ। ਘਾਲੀ ਘਾਲ ਅਦਕ ਜਬ ਐਸੇ।
ਜਦੋਂ ਬਹੁਤ ਜ਼ਿਆਦੇ ਸੇਵਾ ਘਾਲ ਕਮਾਈ ਇਸ ਤਰ੍ਹਾਂ ਕੀਤੀ, ਦੇਖਤ ਸਿੱਖ ਹੋਏ ਬਿਸਮਾਦ। ਜਿਹੜੇ ਸਿੱਖ ਨੇ ਉਹ ਵੇਖ ਕੇ ਬਿਸਮਾਦ ਹੁੰਦੇ ਆ, ਹੈਰਾਨ ਹੁੰਦੇ ਨੇ। ਇੰਨੀ ਲਗਨ ਨਾਲ ਸੇਵਾ, ਕੋਈ ਸਰੀਰ ਦੀ ਪਰਵਾਹ ਨਹੀਂ, ਕੋਈ ਵਸਤਰਾਂ ਦੀ ਮੰਗ ਨਹੀਂ, ਇੱਛਾ ਨਹੀਂ। ਗੁਰਮੁਖੋ ਜਿਹਨੂੰ ਸਰੀਰ ਦੀ ਨਹੀਂ, ਉਹਨੂੰ ਸਰੀਰ ਤੇ ਪਹਿਨਣ ਵਾਲੇ ਵਸਤੂਆਂ ਦੀ ਕੀ ਇੱਛਾ ਹੋਣੀ ਹੈ। ਆਪਣੇ ਸਰੀਰ ਦੀ ਵੀ ਕੋਈ ਪਰਵਾਹ ਨਹੀਂ ਹੈ। ਫਿਰ ਉਮਰ ਦਾ ਤਕਾਜ਼ਾ, ਜੇ ਹੁਣ ਸਰੀਰਕ ਤੌਰ ਤੇ ਵੇਖੀਏ, ਕਿੰਨੀ ਸਰੀਰਕ ਤੌਰ ਤੇ ਤਾਂ ਉਸ ਸਮੇਂ ਬ੍ਰਿਧ ਉਮਰ ਹੈ, ਪਰ ਮਹਾਰਾਜ ਕਹਿੰਦੇ ਬਾਣੀ ਵਿੱਚ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਗੁਰਮੁਖ ਨਹੀਂ ਕਦੇ ਬੁੱਢਾ ਹੁੰਦਾ ਹੈ, ਕਿਉਂਕਿ ਅੰਤਰ ਸੁਰਤੀ ਅੰਦਰ ਬ੍ਰਹਮ ਦਾ ਗਿਆਨ ਹੈ। ਇਸ ਕਰਕੇ ਹਮੇਸ਼ਾ ਹੀ ਗੁਰਮੁਖ ਦੀ ਤਾਂ ਤਰਨ ਅਵਸਥਾ ਹੈ। ਜਿਹੜੀ ਬੁੱਧੀ ਹੈ ਉਹਨੂੰ ਬਾਲ ਬੁੱਧ ਬਣਾ ਕੇ ਰੱਖਦੇ ਨੇ ਗੁਰਮੁਖ, ਤੇ ਦੇਖ ਕੇ ਸਿੱਖ ਹੈਰਾਨੀ ਮੰਨਦੇ ਆ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਹ ਵੱਡੀ ਕਾਲ ਕਮਾਈ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਦੁਤੀਏ ਮਹੱਲੇ, ਦੂਜੇ ਮਹੱਲੇ ਦੇ ਸ੍ਰੀ ਅਮਰਦੇਵ ਜੀ ਸੇਵਾ ਪ੍ਰਸੰਗ ਵਰਣਨ, ਜੋ ਭਾਈ ਗੁਰੂ ਅਮਰਦਾਸ ਪਾਤਸ਼ਾਹ ਨੇ ਸੇਵਾ ਕੀਤੀ, ਉਹ ਪ੍ਰਸੰਗ ਵਰਣਨ ਕੀਤਾ ਹੈ। ਨਾਮ ਨਵਮੋ ਮੰਦਰ ਹੈ। ਇਹ ਨਾਵਾਂ ਘਰ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਭ ਦੇ ਅੰਦਰ ਐਸੀ ਸ਼ੁਭ ਸੇਵਾ ਸਿਮਰਨ ਵਾਲੀ ਭਾਵਨਾ ਮਹਾਰਾਜ ਬਖਸ਼ਿਸ਼ ਕਰਨ। ਤੰਦਰੁਸਤੀਆਂ, ਚੜ੍ਹਦੀ ਕਲਾ, ਗਰੀਬ ਨਿਵਾਜ ਸਭ ਨੂੰ ਬਖਸ਼ਣ। ਆਓ ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ, ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵ ਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।